ਵਾਹਿਗੁਰੂ ਜੀ। ਗੁਰੂ ਨਾਨਕ ਪਾਦ ਪੰਕਜ ਬੰਦਨ ਪਾਦ ਪੰਕਜ ਬੰਦਨ ਸਿਮਰਉ ਅੰਗਦ ਦੁਖ ਨਿਕੰਦਨ ਅਮਰਦਾਸ ਗੁਰ ਹਿਰਦੈ ਧਿਆਵੋ ਜੀ ਹਿਰਦੈ ਸ੍ਰੀ ਗੁਰੂ ਰਾਮਦਾਸ ਗੁਣ ਗਾਵੋ। ਗੁਰੂ ਅਰਜਨ ਬਿਗਨਨ ਕੇ ਨਾਸਕ ਬਿਗਨਨ ਕੇ ਨਾਸਕ ਹਾਰੇ ਗੋਬਿੰਦ ਸ਼ੁਭ ਮਤ ਪ੍ਰਕਾਸ਼ਕ ਸ੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਸ੍ਰੀ ਹਰਿ ਕ੍ਰਿਸ਼ਨ ਮਨਾਈ ਮਨਾਈ ਬਹੋਰੀ ਤੇਗ ਬਹਾਦਰ ਪਰਮ ਕਿਰਪਾਲਾ ਸਤਿਗੁਰ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਤਾਰੋਂ ਤਰਾ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ ਬੰਦੋਂ ਬਾਰੇ ਬਾਰੇ ਜਗਦੀਸਾ ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਘਨ ਬਿਨਾਸਨ ਸੋਏ ਜਿਸ ਮੈਂ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਵਰਨ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਰਾਗ ਮਹੱਲ ਪਹਿਲਾ। ਜਾਲ ਮੋਹ ਘਸ ਮਸ ਕਰ ਮਤ ਕਾਗਦ ਕਰ ਸਾਰ ਭਾਉ ਕਲਮ ਕਰ ਚਿਤ ਲੇਖਾਰੀ ਗੁਰ ਪੁਛ ਲਿਖ ਵਿਚਾਰ ਲਿਖ ਨਾਮ ਸਾਲਾਹਾ ਲਿਖ ਲਿਖ ਅੰਤ ਨਾ ਪਾਰਾਵਾਰ ਬਾਬਾ ਇਹੋ ਲੇਖਾ ਲਿਖ ਜਾਣ ਜਿੱਥੈ ਲੇਖਾ ਮੰਗੀਐ ਤਿੱਥੈ ਸੱਚਾ ਨੀਸਾਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਕੀ ਸਾਜੀ ਨਵਾਜੀ ਹੋਈ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਜਿਨ ਕੇ ਭਾਗ ਬੜੇ हैं ਭਾਈ ਤਿਨ ਸਾਧੂ ਸੰਗ ਮੁਖ ਜੁਰੇ। ਮਹਾਵਾਕ ਅਨੁਸਾਰ ਆਪ ਜੀ ਅਤਿਅੰਤ ਵੱਡੇ ਭਾਗਾਂ ਵਾਲੇ ਹੋ। ਗਰੀਬ ਨਵਾਜ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਹਾਜ਼ਰੀਆਂ ਭਰ ਕੇ ਸੰਧਿਆ ਦੇ ਦੀਵਾਨਾਂ ਵਿੱਚ ਸੰਧਿਆ ਸਮੇਂ ਸੁਨੈ ਰਹਿਰਾਸ ਕੀਰਤਨ ਕਥਾ ਸੁਨੈ ਹਰਿ ਜਾਸ। ਇਨ ਮੈਂ ਨੇਮ ਜੋ ਏਕ ਕਰਾਏ ਸੋ ਸਿੱਖ ਅਮਰਾਪੁਰੀ ਕਉ ਜਾਏ। ਕਲਗੀਧਰ ਪਾਤਸ਼ਾਹ ਜੀ ਦਾ ਹੁਕਮ ਹੈ ਜਿਹੜਾ ਗੁਰਸਿੱਖ ਅੰਮ੍ਰਿਤ ਵੇਲੇ ਗੁਰਬਾਣੀ ਦਾ ਨਿਤਨੇਮ ਕਰਦਾ ਹੈ, ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਸਰਵਣ ਕਰਦਾ ਹੈ
ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਦੀਦਾਰ ਮੇਲੇ ਕਰਦਾ ਹੈ। ਗੁਰੂ ਖਾਲਸੇ ਦੇ ਦੀਵਾਨ ਵਿੱਚ ਜਾਂਦਾ ਹੈ ਔਰ ਸ਼ਾਮ ਦੇ ਦੀਵਾਨ ਵਿੱਚ ਵੀ ਰਹਿਰਾਸ ਸਾਹਿਬ ਦਾ ਪਾਠ, ਕੀਰਤਨ ਤੇ ਕਥਾ ਸੁਣਦਾ ਹੈ। ਨਿਸ਼ਚੇ ਕਰਕੇ ਉਹ ਸਿੱਖ ਭਵ ਸਾਗਰ ਤੋਂ ਪਾਰ ਲੰਘ ਜਾਂਦਾ ਹੈ। ਸੱਚਖੰਡ ਅਕਾਲ ਪੁਰਖ ਨਿਰੰਕਾਰ ਵਾਹਿਗੁਰੂ ਦੇ ਦੇਸ਼ ਵਿੱਚ ਉਸ ਦਾ ਵਾਸਾ ਹੁੰਦਾ ਹੈ। ਐਸੇ ਗੁਰੂ ਕੇ ਸਿੱਖਾਂ ਦੀ ਗੁਰਬਾਣੀ 'ਚ ਮਹਿਮਾ ਮਹਾਰਾਜ ਨੇ ਬਖਸ਼ੀ ਹੈ। ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਭੀ ਗਤ ਪਾਹੇ। ਇਹੋ ਜਿਹੇ ਨਾਮ ਰਸੀਆਂ ਗੁਰਸਿੱਖਾਂ ਦੇ ਚਰਨਾਂ ਦੀ ਧੂੜ ਜੇ ਸਾਡੇ ਵਰਗੇ ਪਾਪੀਆਂ ਨੂੰ ਮਿਲ ਜਾਵੇ, ਉਹਨਾਂ ਦੇ ਚਰਨਾਂ ਦੀ ਧੂੜ ਸਾਡੇ ਮੱਥੇ 'ਤੇ ਲੱਗ ਜਾਵੇ, ਸਾਡੇ ਪਾਪ ਮਿਟ ਸਕਦੇ ਹਨ। ਅਰਦਾਸ ਹਮੇਸ਼ਾ ਇਹੀ ਕਰਨੀ ਚਾਹੀਦੀ ਹੈ, ਸੇਈ ਗੁਰਮੁਖ ਪਿਆਰੇ ਮਿਲੋ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚੇਤੇ ਆਵੇ। ਇਹ ਵਾਕ ਅਸੀਂ ਅਰਦਾਸੇ 'ਚ ਬੋਲਦੇ ਤਾਂ ਰੋਜ਼ ਹਾਂ, ਪਰ ਸਾਧ ਸੰਗਤ ਜੀ ਗੁਰਸਿੱਖਾਂ ਨੂੰ ਮਿਲ ਕੇ ਸਾਨੂੰ ਚਾਹ ਨਹੀਂ ਚੜ੍ਹਦਾ, ਸਾਡਾ ਅੰਦਰ ਖਿੜਦਾ ਨਹੀਂ, ਮਨ ਮੁਰਝਾਇਆ ਰਹਿੰਦਾ ਹੈ। ਜਿਉਂ-ਜਿਉਂ ਕਲਯੁਗ ਦਾ ਪਹਿਰਾ ਵੱਧ ਰਿਹਾ ਹੈ, ਤਿਉਂ-ਤਿਉਂ ਸਾਧ ਸੰਗਤ ਜੀ ਸਾਡੇ 'ਚ ਆਪਸੀ ਪਿਆਰ ਘਟ ਰਿਹਾ ਹੈ। ਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ, ਗੁਰੂ ਕੀ ਸੰਗਤ ਦਾ, ਗੁਰੂ ਕੀ ਬਾਣੀ ਦਾ, ਗੁਰੂ ਕੇ ਸਿੱਖਾਂ ਦਾ ਪਿਆਰ ਸਤਿਕਾਰ ਕਾਇਮ ਹੋਵੇ। ਆਪ ਜੀ ਵੱਡੇ ਭਾਗਾਂ ਵਾਲੇ ਹੋ, ਸਤਿਗੁਰਾਂ ਦੀ ਗੋਦ ਵਿੱਚ ਬੈਠ ਕਰਕੇ ਅੰਮ੍ਰਿਤਮਈ ਗੁਰਬਾਣੀ ਦਾ ਕੀਰਤਨ, ਗੁਰੂ ਖਾਲਸਾ ਪੰਥ ਦੇ ਮਹਾਨ ਕੀਰਤਨੀਏ ਸਨਮਾਨਯੋਗ ਭਾਈ ਗੁਰਸ਼ਰਨ ਸਿੰਘ ਜੀ ਅਤੇ ਉਹਨਾਂ ਦੇ ਭੁਜੰਗੀ ਭਾਈ ਹਰੀ ਸਿੰਘ ਜੀ ਬੜਾ ਹੀ ਰਸ ਭਿੰਨਾ ਕੀਰਤਨ ਕਰ ਰਹੇ ਸਨ, ਜਿਨ੍ਹਾਂ ਨੇ ਮਹਾਂਪੁਰਸ਼ਾਂ ਕੋਲੋਂ ਸ੍ਰੀਮਾਨ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਸ੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਸ਼ਾਂ ਕੋਲੋਂ ਗੁਰਮਤਿ ਵਿਦਿਆ ਕੀਰਤਨ ਦੀਆਂ ਦਾਤਾਂ ਅਸੀਸਾਂ ਨਾਲ ਹੀ ਲਈਆਂ ਹਨ। ਕੱਲ੍ਹ ਦੱਸ ਰਹੇ ਸਨ ਵੀ ਅਸੀਂ ਸਿੱਖਣ ਦਾ ਸਮਾਂ ਘੱਟ ਮਿਲਿਆ, ਮਹਾਂਪੁਰਸ਼ਾਂ ਨੇ ਬਚਨ ਨਾਲ ਹੀ ਕੀਰਤਨ ਦੀ ਦਾਤ ਦੇ ਦਿੱਤੀ। ਸੋ ਸਾਧੂ ਦੇ ਕੋਲ ਕਲਾ ਹੁੰਦੀ ਹੈ ਸਾਧ ਸੰਗਤ ਜੀ, ਜੋ ਮੂੰਹ ਤੋਂ ਬੋਲਦਾ ਹੋ ਜਾਂਦਾ ਹੈ। ਨਾਨਕ ਦਾਸ ਮੁਖ ਤੇ ਜੋ ਬੋਲੈ, ਇਹਾਂ ਊਹਾਂ ਸੱਚ ਹੋਵੈ। ਸੋ ਇਹੋ ਜਿਹੇ ਰਸ ਭਿੰਨੇ ਕੀਰਤਨ ਕਰਨ ਵਾਲੇ ਕੀਰਤਨੀਏ ਬਚਨਾਂ ਨਾਲ ਪੈਦਾ ਕਰ ਦਿੱਤੇ ਜਿਨ੍ਹਾਂ ਮਹਾਂਪੁਰਸ਼ਾਂ ਨੇ, ਉਹ ਵੀ ਧੰਨ ਹਨ, ਉਹਨਾਂ ਦੀ ਸੰਗਤ ਕਰਨ ਵਾਲੇ ਵੀ ਧੰਨ ਹਨ। ਸੋ ਆਪ ਜੀ ਸਾਰੇ ਵਿਦਵਾਨ ਸੱਜਣ ਗੁਰੂ ਕੀ ਸੰਗਤ 'ਚ ਬੈਠੇ ਹਨ। ਸਤਿਕਾਰਯੋਗ ਗਿਆਨੀ ਸੁਰਜੀਤ ਸਿੰਘ ਜੀ ਜੋਗੇ ਵਾਲੇ ਮਹਾਂਪੁਰਸ਼ਾਂ ਦੇ ਕੋਲੋਂ ਜਿਨ੍ਹਾਂ ਨੇ ਵਿੱਦਿਆ ਪ੍ਰਾਪਤ ਕੀਤੀ, ਉਹ ਵੀ ਗੁਰੂ ਕੀ ਸੰਗਤ ਸੁਭਾਏਮਾਨ ਹਨ। ਸਤਿਕਾਰਯੋਗ ਭਾਈ ਅੰਮ੍ਰਿਤ ਸਿੰਘ ਜੀ ਘੋਲੀਏ ਵਾਲੇ ਬੜੇ ਜਪੀ ਤਪੀ ਟਕਸਾਲ ਦੇ ਪੁਰਾਤਨ ਸਿੰਘ, ਉਹ ਵੀ ਸੁਭਾਏਮਾਨ। ਹੋਰ ਗੁਰੂ ਕੀਆਂ ਲਾਡਲੀਆਂ ਫੌਜਾਂ, ਗੁਰੂ ਕੇ ਸਿੰਘ ਸਭ ਗੁਰੂ ਦੇ ਪਿਆਰ ਵਿੱਚ ਭਿੱਜੇ ਬੈਠੇ ਹੋ। ਆਪਣੀ ਸੁਰਤੀ ਬਿਰਤੀ ਨੂੰ ਸੱਚੇ ਪਾਤਸ਼ਾਹ ਜੀ ਦੇ ਚਰਨਾਂ 'ਚ ਜੋੜੀਏ। ਸਤਿਗੁਰਾਂ ਦੀ ਪਾਵਨ ਕਥਾ ਚੱਲ ਰਹੀ ਹੈ। ਜਗਤ ਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਜਦੋਂ 7 ਸਾਲਾਂ ਦੇ ਹੋਏ ਹਨ, ਪਿਤਾ ਕਾਲੂ ਜੀ ਉਹਨਾਂ ਨੂੰ ਪਾਂਧਾ ਗੋਪਾਲ ਚੰਦ ਜੀ ਕੋਲ ਪੜ੍ਹਨੇ ਲੈ ਕੇ ਪਾਉਣ ਵਾਸਤੇ ਗਏ ਹਨ ਅਤੇ ਪਾਠਸ਼ਾਲਾ ਵਿੱਚ ਬਿਠਾ ਕੇ ਆਏ। ਪਹਿਲਾ ਦਿਨ ਮਹਾਰਾਜ ਬੜੇ ਧਿਆਨ ਨਾਲ ਪੜ੍ਹਦੇ ਰਹੇ, ਗਿਣਤੀ ਵੀ ਸਿੱਖ ਲਈ ਸਾਰੀ, ਪਹਿਲੇ ਦਿਨ ਹੀ ਪਹਾੜੇ ਵੀ ਸਾਰੇ ਯਾਦ ਕਰ ਲਏ। ਪਾਂਧਾ ਜੀ ਬੜੇ ਹੈਰਾਨ ਸਨ। ਇਹ ਪਾਂਧੇ ਕੇ ਕਹਿਣ ਮੈਂ ਸੀਖ ਦੇਰ ਕਛ ਲਾਗੈ ਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਿੱਖਣ 'ਚ ਦੇਰ ਨਹੀਂ ਲੱਗਦੀ। ਨਾਨਕ ਕੀ ਰਸਨਾ ਮੈਂ ਦੇਰ ਹੂੰ ਨਾ ਪਾਈ ਹੈ। ਕਵੀ ਜੀ ਲਿਖਦੇ ਨੇ, ਪਾਂਧੇ ਦੇ ਬੋਲਣ 'ਚ ਦੇਰ ਲੱਗਦੀ ਸੀ, ਉਹਦੇ ਸਿਖਾਉਣ 'ਚ ਦੇਰ ਲੱਗਦੀ ਸੀ, ਪਰ ਮੇਰੇ ਸਤਿਗੁਰੂ ਜੀ ਦੀ ਰਸਨਾ 'ਚ ਦੇਰੀ ਕੋਈ ਨਹੀਂ ਸੀ। ਪਾਂਧਾ ਬੜਾ ਹੈਰਾਨ, ਇੰਨੀ ਛੇਤੀ ਵਿੱਦਿਆ ਇਹ ਬਾਲਕ ਪੜ੍ਹ ਗਿਆ। ਅਗਲੇ ਦਿਨ ਜਦੋਂ ਬੁਲਾ ਕੇ ਮਨ 'ਚ ਸੋਚਿਆ ਪਾਂਧੇ ਨੇ ਕਿ ਇਸ ਨੂੰ ਮੈਂ ਵੱਖਰਾ ਬਿਠਾ ਕੇ ਪੜ੍ਹਾਵਾਂਗਾ। ਜਿਹੜੀ 10-10 ਸਾਲ ਵਿੱਦਿਆ ਬੱਚਿਆਂ ਨੂੰ ਨਹੀਂ ਆਈ, ਇਹ 2 ਸਾਲ 'ਚ ਹੀ ਸਿੱਖ ਜਾਏਗਾ, 1 ਸਾਲ 'ਚ ਹੀ ਸਿੱਖ ਜਾਏਗਾ ਅਤੇ ਮੇਰਾ ਬੜਾ ਨਾਂ ਰੋਸ਼ਨ ਕਰੇਗਾ। ਪਾਂਧੇ ਗੋਪਾਲ ਚੰਦ ਨੂੰ ਇੰਨਾ ਪਤਾ ਨਹੀਂ ਸੀ ਕਿ ਦੁਨੀਆ ਵਿੱਚ ਪੂਰੇ ਵਰਲਡ ਵਿੱਚ ਹੀ ਮੇਰਾ ਨਾਂ ਅਮਰ ਕਰ ਦੇਗਾ। ਉਹ ਇੰਨਾ ਅੰਦਾਜ਼ਾ ਨਹੀਂ ਸੀ ਲਾਇਆ। ਉਹਨੇ ਇੰਨਾ ਕੀ ਲਾਇਆ ਸੀ ਵੀ ਇਲਾਕੇ ਵਿੱਚ, ਪਿੰਡਾਂ ਵਿੱਚ ਬੜਾ ਮਸ਼ਹੂਰ ਹੋਵਾਂਗਾ,
ਵੀ ਗੋਪਾਲ ਚੰਦ ਦਾ ਵਿਦਿਆਰਥੀ ਨਾਨਕ ਬੜਾ ਸਿਆਣਾ ਹੈ। ਪਰ ਅੱਜ ਦੇਖੋ 550 ਸਾਲ ਹੋ ਗਏ ਨੇ, ਅੱਜ ਪਤਾ ਲੱਗ ਰਿਹਾ ਪਾਂਧੇ ਗੋਪਾਲ ਨੂੰ ਆਪਾਂ ਸਾਰੇ ਯਾਦ ਕਰ ਰਹੇ ਹਾਂ। ਪਾਂਧੇ ਦੇ ਲੱਖਾਂ ਹੋਰ ਵੀ ਹੋਣਗੇ, ਲੱਖਾਂ ਕਰੋੜਾਂ ਪਾਂਧੇ ਬਾਅਦ ਵਿੱਚ ਵੀ ਹੋਏ ਨੇ, ਪਹਿਲਾਂ ਵੀ ਹੋਏ ਨੇ, ਪਰ ਪਾਂਧਾ ਗੋਪਾਲ ਚੰਦ ਵੀ ਧੰਨ ਹੋ ਗਿਆ ਜਿਸ 'ਤੇ ਸੱਚੇ ਪਾਤਸ਼ਾਹ ਦੀ ਕਿਰਪਾ ਦ੍ਰਿਸ਼ਟੀ ਹੋਈ ਹੈ। ਮਹਾਰਾਜ ਕਹਿਣ ਲੱਗੇ, ਪਾਂਧਾ ਜੀ ਜਿਹੜਾ ਤੁਸੀਂ ਮੈਨੂੰ ਲੇਖਾ ਪੜ੍ਹਾਉਣ ਲੱਗੇ ਹੋ, ਇਹ ਲੇਖਾ ਜਮ੍ਹਾਂ ਤੋਂ ਛੁਡਾ ਲਏਗਾ? ਇਸ ਲੇਖੇ ਦੇ ਵਿੱਚ ਤਾਂ ਜੀਵ ਨੂੰ ਹੋਰ ਲੇਖਾ ਪੈ ਜਾਂਦਾ ਅਤੇ ਉਹ ਲੇਖੇ 'ਚ ਫਸ ਜਾਂਦਾ ਹੈ। ਅਤੇ ਇਹੋ ਜਿਹਾ ਲੇਖਾ ਹੋਵੇ ਜਿਹਦੇ ਨਾਲ ਸਾਰੇ ਲੇਖੇ ਹੀ ਨਿਬੜ ਜਾਣ। ਪਾਂਧਾ ਗੋਪਾਲ ਹੈਰਾਨ ਹੋ ਕੇ ਕਹਿੰਦਾ, ਇਹੋ ਜਿਹਾ ਕਿਹੜਾ ਲੇਖਾ ਹੈ? ਤਾਂ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਸ੍ਰੀ ਰਾਗ ਵਿੱਚ ਇਹ ਪਾਵਨ ਬਚਨ ਉਚਾਰਨ ਕੀਤੇ ਹਨ। ਆਓ ਸਰਵਣ ਕਰੀਏ। ਸ਼ਬਦ ਦੀਆਂ ਪੰਕਤੀਆਂ ਆਪਾਂ ਸਰਵਣ ਕਰ ਚੁੱਕੇ ਹਾਂ। ਕਵੀ ਜੀ ਨੇ ਇਹਦਾ ਟੀਕਾ ਆਪ ਕੀਤਾ। ਭਾਈ ਸਾਹਿਬ ਸੰਤੋਖ ਸਿੰਘ ਜੀ ਨੇ ਜਦੋਂ ਗੁਰਪ੍ਰਤਾਪ ਦੇ ਵਿੱਚ ਜਾਂ ਗੁਰੂ ਨਾਨਕ ਪ੍ਰਕਾਸ਼ ਵਿੱਚ ਪ੍ਰਮਾਣ ਦਿੱਤੇ ਨੇ, ਕਈ ਜਗ੍ਹਾ 'ਤੇ ਕਵੀ ਜੀ ਨੇ ਸਿਰਫ ਸ਼ਬਦ ਹੀ ਦਿੱਤੇ ਹੁੰਦੇ, ਉਹਦੇ ਅਰਥ ਨਹੀਂ ਕੀਤੇ ਹੁੰਦੇ, ਅਤੇ ਕਿਤੇ ਜ਼ਰੂਰੀ ਸਮਝਦੇ ਆ ਅਤੇ ਅਰਥ ਆਪ ਕਰਦੇ ਆ ਕਵੀ ਜੀ। ਇੱਥੇ ਆਪ ਅਰਥ ਕੀਤੇ ਭਾਈ ਸਾਹਿਬ ਜੀ ਨੇ, ਕਿਉਂਕਿ ਕਈ ਸ਼ਬਦ ਸੌਖੇ ਹੁੰਦੇ ਆ ਅਤੇ ਸਹਿਜ ਵਿੱਚ ਹੀ ਸਰੋਤਿਆਂ ਨੂੰ ਸਮਝ ਆ ਜਾਂਦੇ ਆ, ਕਥਾਵਾਚਕਾਂ ਨੂੰ ਵੀ ਸਮਝ ਆ ਜਾਂਦੇ, ਉਹ ਅੱਗੇ ਉਹਦੇ ਅੱਖਰੀ ਅਰਥ ਕਰ ਦਿੰਦੇ। ਅਤੇ ਜਿੱਥੇ ਕਵੀ ਜੀ ਸਮਝਦੇ ਆ ਵੀ ਇਹਦਾ ਅਰਥ ਬੜਾ ਡੂੰਘਾ ਹੈ, ਉੱਥੇ ਕਵੀ ਜੀ ਆਪ ਅਰਥ ਕਰਦੇ। ਭਾਈ ਸਾਹਿਬ ਸੰਤੋਖ ਸਿੰਘ ਜੀ ਇੱਕ ਬਖਸ਼ੀ ਹੋਈ ਰੂਹ ਸਨ ਸਾਧ ਸੰਗਤ ਜੀ। ਮੈਂ ਕਈ ਵਾਰੀ ਬੇਨਤੀ ਕਰਦਾ ਹੁੰਦਾ ਵੀ ਆਪਣੇ ਮਹਾਨ ਵਿਦਵਾਨਾਂ ਦੀ ਕਦਰ ਨਹੀਂ ਕੀਤੀ। ਅਸੀਂ ਔਗਣਾਂ ਦੀਆਂ ਗੰਢਾਂ ਬੰਨ੍ਹਣ ਵਾਲੇ ਹਾਂ। ਲੋਕ ਔਗਣਾਂ ਕੀ ਬੰਨ੍ਹੈ ਗੰਠੜੀ, ਗੁਣ ਨਾ ਵਿਹਾਜੈ ਕੋਏ। ਮਹਾਂਪੁਰਸ਼ਾਂ ਦੇ ਸਾਧ ਸੰਗਤ ਜੀ ਕੋਈ ਔਗਣ ਹੁੰਦਾ ਹੀ ਨਹੀਂ। ਸਿਰਫ ਸਾਡੀ ਦ੍ਰਿਸ਼ਟੀ ਵਿੱਚ ਕਈ ਵਾਰੀ ਸਾਡੇ ਕਈ ਵਿਦਵਾਨ ਕਥਾ ਕਰਦਿਆਂ ਕਹਿ ਦਿੰਦੇ ਆ, ਅਖੇ ਜੀ ਗੁਰਪ੍ਰਤਾਪ ਸੂਰਜ ਦੁੱਧ 'ਚ ਮੱਖੀ ਪਈ ਹੋਈ ਹੈ। ਦੇਖੋ ਸਾਧ ਸੰਗਤ ਜੀ, ਮੱਖੀ ਦੇ ਉਹਨਾਂ ਦੀ ਅੱਖ 'ਚ ਪਈ ਹੋਈ ਹੈ, ਗੁਰਪ੍ਰਤਾਪ 'ਚ ਕੋਈ ਮੱਖੀ ਨਹੀਂ ਪਈ ਹੋਈ। ਗੁਰੂ ਦਾ ਪ੍ਰਤਾਪ ਤਾਂ ਦੁੱਧ ਹੀ ਹੈ, ਨਿਰਮਲ ਹੀ ਹੈ। ਸਾਡੀ ਸੋਚਣੀ, ਸਾਡੇ ਐਂਗਲ ਜਿਹੜੇ ਨੇ, ਉਹ ਐਂਗਲ ਸਾਨੂੰ ਪਰੇਸ਼ਾਨ ਕਰਦੇ। ਜਿਹੜੇ ਨਜ਼ਰੀਏ ਤੋਂ ਅਸੀਂ ਦੇਖਣਾ ਚਾਹੁੰਦੇ ਹਾਂ, ਅਸੀਂ ਕਹਿੰਦੇ ਹਾਂ ਬਸ ਇੱਦਾਂ ਹੀ ਹੋਵੇ। ਖੂਹ ਦਾ ਡੱਡੂ ਕਹਿੰਦਾ ਵੀ ਖੂਹ ਤੋਂ ਪਰੇ ਕੁਛ ਵੀ ਨਹੀਂ। ਸਮੁੰਦਰ ਦਾ ਡੱਡੂ ਖੂਹ ਦੇ ਡੱਡੂ ਕੋਲ ਆ ਗਿਆ, ਕਹਿੰਦਾ ਭਾਈ ਸਾਹਿਬ ਕਿੱਥੋਂ ਆਏ ਹੋ? ਕਹਿੰਦੇ ਸਮੁੰਦਰ 'ਚੋਂ। ਕਹਿੰਦੇ ਤੁਹਾਡਾ ਸਮੁੰਦਰ ਕਿੱਡਾ ਕੁ? ਉਹ ਕਹਿੰਦੇ ਬਹੁਤ ਵੱਡਾ। ਖੂਹ ਵਾਲੇ ਨੇ ਟਪੂਸੀ ਮਾਰੀ, 2-2.5 ਫੁੱਟ ਦੀ ਟਪੂਸੀ ਮਾਰ ਕੇ ਕਹਿੰਦਾ ਐਡਾ ਵੱਡਾ ਹੈ ਤੇਰਾ ਸਮੁੰਦਰ? ਉਹ ਸਮੁੰਦਰ ਵਾਲਾ ਡੱਡੂ ਕਹਿੰਦਾ ਵੀ ਉਹ ਤਾਂ ਬਹੁਤ ਵੱਡਾ। ਉਹਨੇ ਦੂਜੀ ਟਪੂਸੀ ਮਾਰੀ, ਕਹਿੰਦਾ ਫਿਰ ਐਡਾ ਤਾਂ ਹੋਵੇਗਾ। ਉਹਨੇ ਆਖੀ, ਉਹ ਹੱਸ ਪਿਆ, ਕਹਿੰਦਾ ਉਹ ਬਹੁਤ ਵੱਡਾ। ਉਹਨੇ ਜੋ ਤੀਜੀ ਟਪੂਸੀ ਮਾਰੀ, ਸਾਰਾ ਖੂਹ ਹੀ ਘੁੰਮ ਗਿਆ। ਕਹਿੰਦਾ ਫਿਰ ਇਸ ਤੋਂ ਵੱਡਾ ਤਾਂ ਹੋ ਨਹੀਂ ਸਕਦਾ। ਸਾਡੀ ਸਾਧ ਸੰਗਤ ਦੀ ਦਸ਼ਾ ਇਤਨੀ ਗਿਰ ਚੁੱਕੀ ਹੈ ਸਾਡੀ ਸੁਰਤ ਦੀ, ਅਸੀਂ ਆਪਣੀ ਸੋਚ ਤੋਂ ਪਰੇ ਸੋਚਦੇ ਨਹੀਂ। ਕੂਪ ਭਰਿਓ ਜੈਸੇ ਦਾਦਰਾ, ਕਛ ਦੇਸ਼ ਵਿਦੇਸ਼ ਨ ਸੂਝ। ਐਸੇ ਮੇਰਾ ਮਨ ਵਿਖਿਆ ਬਿਮੋਹਿਆ, ਕਛ ਆਰਾ ਪਾਰ ਨ ਸੂਝ। ਸੋ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਬੜੇ ਡੂੰਘੇ ਅਰਥ ਕਰਦੇ ਹੈ ਸ੍ਰੀ ਨਾਨਕ ਪ੍ਰਕਾਸ਼ ਦੇ ਅੰਦਰ, ਇਸ ਪਾਵਨ ਸ਼ਬਦ ਦੇ, ਜੋ ਗੁਰੂ ਨਾਨਕ ਦੇਵ ਜੀ ਮਹਾਰਾਜ ਪਾਂਧੇ ਨੂੰ ਉਪਦੇਸ਼ ਦੇ ਰਹੇ ਵੀ ਐਸਾ ਲੇਖਾ ਲਿਖਣਾ ਬਾਬਾ, ਇਹੋ ਲੇਖਾ ਲਿਖ ਜਾਣ। ਇਸ ਤਰ੍ਹਾਂ ਦਾ ਲੇਖਾ ਸਿੱਖ ਲੈ। ਜਿੱਥੇ ਲੇਖਾ ਮੰਗੀਐ, ਜਿੱਥੇ ਦਰਗਾਹ ਵਿੱਚ ਲੇਖਾ ਮੰਗਿਆ ਜਾਣਾ ਤੇਰੇ ਕਰਮਾਂ ਦਾ, ਤਿੱਥੇ ਹੋਏ ਸੱਚਾ ਨੀਸਾਨ। ਨੀਸਾਨ ਕਹਿੰਦੇ ਨੇ ਦਸਖਤ ਹੋ ਜਾਣੇ, ਸਾਈਨ ਹੋ ਜਾਣੇ। ਜਿਵੇਂ ਕਿਸੇ ਬੰਦੇ ਕੋਲ ਕੋਈ ਆਈਡੈਂਟੀ ਕਾਰਡ ਹੁੰਦਾ, ਆਈ ਕਾਰਡ ਹੁੰਦਾ, ਪਾਸਪੋਰਟ ਹੁੰਦਾ, ਗ੍ਰੀਨ ਕਾਰਡ ਹੁੰਦਾ, ਉੱਤੇ ਸਰਕਾਰ ਦੀ ਮੋਹਰ ਲੱਗੀ ਹੁੰਦੀ। ਜਿੱਥੇ ਜਾ ਕੇ ਉਹਨੂੰ ਦਈਏ ਉਹ ਚੱਲਦਾ, ਉਹਨੂੰ ਕੋਈ ਰੁਕਾਵਟ ਨਹੀਂ ਹੁੰਦੀ। ਜਿਨ੍ਹਾਂ ਕੋਲ ਗੁਰੂ ਸਾਹਿਬ ਵੱਲੋਂ ਦਸਤਖਤ ਹੋਏ ਹੋਣਗੇ ਨਾ, ਦਰਗਾਹ ਵਿੱਚ ਉਹਨਾਂ ਦਾ ਪਾਸਪੋਰਟ ਚੱਲੇਗਾ, ਉਹਨਾਂ ਦਾ ਵੀਜ਼ਾ ਲੱਗਾ ਹੀ ਸਮਝੋ। ਰੇ ਦਰਗਾਹ ਕਹੈ ਨਾ ਕੋ, ਉਹਨਾਂ ਨੂੰ ਓਏ ਓਏ ਕਰਕੇ ਕੋਈ ਨਹੀਂ ਬੁਲਾਏਗਾ। ਆਓ ਬੈਠ ਆਦਰ, ਆਓ ਜੀ, ਜੀ ਆਇਆਂ ਨੂੰ, ਬੈਠੋ, ਇੱਦਾਂ ਕਹਿਣਗੇ। ਸੋ ਉਹ ਮਹਾਰਾਜ ਕਹਿੰਦੇ ਵੀ ਇਹੋ ਜਿਹੇ ਦਸਤਖਤ ਕਿਵੇਂ ਹੋਣ?
ਇਹੋ ਜਿਹਾ ਲੇਖਾ ਕਿਵੇਂ ਲਿਖਿਆ ਜਾਵੇ। ਸੱਚੇ ਪਾਤਸ਼ਾਹ ਮਹਾਰਾਜ ਜੀ ਬਚਨ ਕਰ ਰਹੇ ਨੇ, ਜਾਲ ਮੋਹ ਘਾਸ ਮਸ ਕਰ, ਮਤ ਕਾਗਦ ਕਰ ਸਾਰ, ਭਾਉ ਕਲਮ ਕਰ ਚਿੱਤ ਲਿਖਾਰੀ, ਗੁਰ ਪੁੱਛ ਲਿਖ ਵਿਚਾਰ, ਲਿਖ ਨਾਮ ਸਾਲਾਹ ਲਿਖ, ਲਿਖ ਅੰਤ ਨ ਪਾਰਾਵਾਰ। ਬਾਬਾ ਇਹੋ ਲੇਖਾ ਲਿਖ ਜਾਣ, ਜਿੱਥੈ ਲੇਖਾ ਮੰਗੀਐ ਤਿੱਥੈ ਹੋਏ ਸੱਚਾ ਨਿਸ਼ਾਨ। ਸਰਵਣ ਕਰੀਏ ਸਤਿਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਉਪਦੇਸ਼। ਪਾਂਧੇ ਗੋਪਾਲ ਪ੍ਰਤੀ ਵੀ ਹੈ, ਸਾਡੇ ਪ੍ਰਤੀ ਵੀ ਹੈ। ਸਾਡੇ ਅੰਦਰ ਵੀ ਮੋਹ ਮਾਇਆ ਦੀ ਕਾਲਖ ਬਹੁਤ ਜ਼ਿਆਦਾ ਪ੍ਰਬਲ ਹੈ। ਗੱਲਾਂ ਵਾਲੇ ਹੈਣ ਘਨੇਰੇ, ਛੱਡ ਨਾ ਸਕੈ ਕੋਈ। ਕਥਾ ਅਸੀਂ ਕਰ ਲੈਣੀ ਹੈ, ਤੁਸੀਂ ਸੁਣ ਲੈਣੀ ਹੈ, ਪਰ ਮੋਹ ਛੱਡਿਆ ਨਹੀਂ ਜਾਂਦਾ। ਮੋਹ ਬਹੁਤ ਪ੍ਰਬਲ ਖੇਡ ਹੈ, ਆਪਾਂ ਸਾਰੇ ਹੀ ਫਸੇ ਹੋਏ ਹਾਂ ਇਹਦੇ ਵਿੱਚ। ਆਓ ਸਰਵਣ ਕਰੀਏ ਪ੍ਰੇਮ ਨਾਲ ਸੱਚੇ ਪਾਤਸ਼ਾਹ ਜੀ ਦਾ ਉਪਦੇਸ਼। ਪਿਆਰ ਸਹਿਤ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਕਵੀ ਕਹੈ ਜਾ ਕੋ ਸੁਨ ਟੀਕਾ। ਕਵੀ ਰਾਜ ਭਾਈ ਸੰਤੋਖ ਸਿੰਘ ਜੀ ਕਹਿੰਦੇ ਇਹਦਾ ਹੁਣ ਟੀਕਾ ਸੁਣੋ, ਜੋ ਮਹਾਰਾਜ ਨੇ ਬਚਨ ਕਹੇ ਸੀ ਇਹਦਾ ਅਰਥ ਸੁਣੋ। ਸ੍ਰੀ ਮੁਖ ਨਿਕਸਿਓ ਕਲ ਪਦ ਨੀਕਾ। ਸਤਿਗੁਰੂ ਜੀ ਦੀ ਰਸਨਾ ਤੋਂ ਜਦੋਂ ਮਹਾਰਾਜ 7 ਸਾਲਾਂ ਦੇ ਹਨ, ਇਹ ਬੜਾ ਹੀ ਸੁੰਦਰ ਪਦ ਉਚਾਰਨ ਹੋਇਆ। ਬਹੁਤ ਹੀ ਸੋਹਣੀ ਬਾਣੀ ਸੱਚੇ ਪਾਤਸ਼ਾਹ ਉਚਾਰਨ ਕਰਦੇ ਹਨ। ਪੂਰਾ ਸਾਰਦਾ ਫੁਰੀ ਸੁਹਾਵ ਹੈ। ਇਹ ਪਹਿਲੀ ਬਾਣੀ ਹੈ ਮਹਾਰਾਜ ਦੀ ਰਸਨਾ ਤੋਂ, ਬੇਅੰਤ ਬਾਣੀ ਉਚਾਰਨ ਹੋਈ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜਿਸ ਬਾਣੀ ਦੇ ਆਪਾਂ ਦਰਸ਼ਨ ਕਰਦੇ ਹਾਂ, ਲੰਮੀਆਂ ਬਾਣੀਆਂ ਵੀ ਹਨ ਸਤਿਗੁਰਾਂ ਦੀਆਂ। ਸ੍ਰੀ ਜਪਜੀ ਸਾਹਿਬ ਜੀ, ਦੱਖਣੀ ਓਂਕਾਰ, ਸਿੱਧ ਗੋਸ਼ਟ, ਤੁਖਾਰੀ 12 ਮਾਹ, ਇਸੇ ਤਰ੍ਹਾਂ ਮਾਝ ਦੀ ਵਾਰ, ਆਸਾ ਜੀ ਦੀ ਵਾਰ, ਮਲਾਰ ਦੀ ਵਾਰ, ਬਹੁਤ ਸਾਰੀਆਂ ਅਸ਼ਟਪਦੀਆਂ, ਸ਼ਬਦ, ਸਲੋਕ ਗੁਰੂ ਗ੍ਰੰਥ ਸਾਹਿਬ ਵਿੱਚ ਹਨ। ਖਜ਼ਾਨਾ ਬਹੁਤ ਵੱਡਾ ਗੁਰੂ ਨਾਨਕ ਸਾਹਿਬ ਦਾ। ਪਰ ਜਿਹੜਾ ਸਭ ਤੋਂ ਪਹਿਲਾ ਬੋਲ ਉਹਨਾਂ ਦੇ ਜੀਵਨ ਕਾਲ ਵਿੱਚ ਨਿਕਲਿਆ ਉਹਨਾਂ ਦੀ ਰਸਨਾ ਤੋਂ, ਇਹ ਹੈ ਜਾਲ ਮੋਹ ਘਸ ਮਸ ਕਰ, ਮਤ ਕਾਗਦ ਕਰ। ਪੂਰਾ ਸ਼ਾਰਦਾ, ਪਹਿਲਾਂ ਇਹ ਸ਼ਾਰਦਾ ਬਾਣੀ ਮੂੰਹ ਤੋਂ ਨਿਕਲੀ ਹੈ ਸਤਿਗੁਰਾਂ ਦੇ। ਪਦਵੀ ਪਰਾ ਜਾਸ ਤੇ ਪਾਵ ਹੈ। ਜੇਕਰ ਇਸ ਨੂੰ ਕੋਈ ਸਮਝ ਲਵੇ ਤੇ ਪਰਾ ਪਦਵੀ, ਸੰਸਾਰ ਤੋਂ ਪਰੇ ਪਹੁੰਚ ਸਕਦਾ ਹੈ। ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਸੱਚਖੰਡ ਪਹੁੰਚਾਉਣ ਵਾਲੀ ਬਾਣੀ ਉਚਾਰਨ ਕਰਦੇ ਹਨ। ਇਹ ਧਰਾ ਜਾਂ ਕਾਰਨ ਧਰਨੀ। ਕਵੀ ਰਾਜ ਸੰਤੋਖ ਸਿੰਘ ਜੀ ਕਹਿੰਦੇ, ਜਿਸ ਕਾਰਨ ਕਰਕੇ ਧਰਤੀ ਤੇ ਅਵਤਾਰ ਧਾਰਿਆ ਹੈ। ਗੁਰੂ ਨਾਨਕ ਦੇਵ ਜੀ ਦੇ ਧਰਤੀ ਤੇ ਆਉਣ ਦਾ ਕਾਰਨ ਕੀ ਹੈ? ਜਗਤ ਚਲੰਦੇ ਨੂੰ ਠਾਰਨਾ, ਤਪਦੇ ਬਲਦੇ ਸੜਦੇ ਕੁੜਦੇ ਹਿਰਦਿਆਂ ਨੂੰ ਠੰਡ ਪਾਣੀ, ਸਾਰੀ ਮਨੁੱਖਤਾ ਨੂੰ ਇੱਕ ਕਲਾਵੇ ਵਿੱਚ ਲੈਣਾ, ਸਾਰਿਆਂ ਨੂੰ ਪਿਆਰ ਦੇਣਾ। ਜਿਸ ਕਾਰਨ ਕਰਕੇ ਸੱਚੇ ਪਾਤਸ਼ਾਹ ਜੀ ਅਵਤਾਰ ਧਾਰ ਕੇ ਆਏ ਹਨ। ਬੈ ਲਗੂ ਕਰਨ ਲੱਗੇ ਸੋ ਕਰਨੀ। ਛੋਟੀ ਉਮਰ ਦੇ ਵਿੱਚ ਹੀ ਉਹ ਕੰਮ ਕਰਨਾ ਸ਼ੁਰੂ ਕਰ ਦਿੱਤਾ। ਉਪਦੇਸ਼ ਦੇ ਕੇ ਤਪਦੇ ਹਿਰਦਿਆਂ ਨੂੰ ਠਾਰਨ ਦਾ ਕਾਰਜ ਅੱਜ ਸ਼ੁਰੂ ਕਰ ਦਿੱਤਾ ਹੈ। ਅਨ ਅਵਸਥਾ ਉਪਦੇਸ਼ਕ ਕੇਰੀ। ਸਾਧ ਸੰਗਤ ਜੀ, ਆਮ ਉਪਦੇਸ਼ ਦੇਣ ਵਾਲੇ ਦੀ ਅਵਸਥਾ ਸੰਸਾਰ ਦੇ ਵਿੱਚ 25 30 ਸਾਲ 50 ਸਾਲ 40 ਸਾਲ ਵੱਡੀ ਉਮਰ ਦੇ ਨੂੰ ਕਹਿੰਦੇ ਵੀ ਇਹ ਉਪਦੇਸ਼ ਦੇ ਸਕਦਾ। 7 ਸਾਲ ਦਾ ਬੱਚਾ ਕਿਸੇ ਨੂੰ ਕੀ ਉਪਦੇਸ਼ ਦੇ ਸਕਦਾ? ਸੰਸਾਰੀ ਲੋਕ ਇੱਦਾਂ ਸੋਚਦੇ ਆ। ਭਾਈ ਸਾਹਿਬ ਲਿਖਦੇ ਅਨ ਅਵਸਥਾ ਉਪਦੇਸ਼ਕ ਕੇਰੀ। ਉਪਦੇਸ਼ਕ ਦੀ ਅਵਸਥਾ ਨਹੀਂ ਹੈ। ਇਸ ਉਮਰ ਦੇ ਵਿੱਚ ਬੱਚਾ ਕਿਸੇ ਨੂੰ ਕੀ ਸਿੱਖਿਆ ਦੇ ਸਕਦਾ ਹੈ? ਪਰ ਗੁਰੂ ਨਾਨਕ ਉਮਰਾਂ ਦਾ ਮੁਤਾਜ ਨਹੀਂ ਹੈ। ਗੁਰੂ ਨਾਨਕ ਸਾਹਿਬ ਜੋਤ ਹੈ, ਗੁਰੂ ਨਾਨਕ ਸਰੀਰ ਨਹੀਂ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਭਾਈ ਗੁਰਦਾਸ ਜੀ ਕਹਿੰਦੇ, ਰੋਮ ਰੋਮ ਕੋਟ ਬ੍ਰਹਮੰਡ ਕੋ ਨਿਵਾਸ ਜਾਸ, ਮਾਨਸ ਅਵਤਾਰ ਧਾਰ ਦਰਸ਼ ਦਿਖਾਏ ਹੈ, ਜਾ ਕੇ ਓੰਕਾਰ ਕੇ ਆਕਾਰ ਹੈ ਨਾਨਾ ਪ੍ਰਕਾਰ, ਸ੍ਰੀ ਮੁਖ ਸ਼ਬਦ ਗੁਰ ਸਿੱਖਨ ਸੁਨਾਏ ਹੈ। ਜਿਸ ਵਾਹਿਗੁਰੂ ਦੇ ਇੱਕ ਰੋਮ ਰੋਮ ਵਿੱਚ ਕਰੋੜਾਂ ਬ੍ਰਹਮੰਡ ਵਸਦੇ ਹਨ, ਜਿਸ ਵਾਹਿਗੁਰੂ ਦਾ ਬਹੁਤ ਵੱਡਾ ਪਸਾਰਾ ਹੈ, ਸਾਨੂੰ ਦਰਸ਼ਨ ਦੇਣ ਲਈ ਗੁਰੂ ਨਾਨਕ ਦਾ ਰੂਪ ਧਾਰਨ ਕਰਕੇ ਆ ਗਿਆ। ਜਿਸ ਦੇ ਇੱਕ ਓੰਕਾਰ ਦਾ ਵਿਸਥਾਰ ਬਹੁਤ ਵੱਡਾ ਹੈ, ਉਸ ਇੱਕ ਓੰਕਾਰ ਵਾਹਿਗੁਰੂ ਨੇ ਹੀ ਆ ਸਾਡੇ ਕੰਨਾਂ ਵਿੱਚ ਆ ਕੇ ਗੁਰਮੰਤਰ ਦੇ ਦਿੱਤਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਐਸੀ ਕਲਾ, ਅਗੰਮੀ ਕਲਾ ਵਰਤੀ ਹੈ। ਇਹ ਸਰੀਰ ਤੋਂ ਉੱਪਰ ਉੱਠ ਕੇ ਦੋ ਤਰ੍ਹਾਂ ਦੀ ਬੁੱਧੀ ਹੁੰਦੀ ਹੈ ਸਾਧ ਸੰਗਤ ਜੀ।
ਇੱਕ ਹੁੰਦੀ ਹੈ ਪਦਾਰਥ ਵਿਸ਼ੈਣੀ ਬੁੱਧੀ। ਸਾਰਿਆਂ ਕੋਲ ਹੈ, ਤੁਹਾਡੇ ਸਾਡੇ ਕੋਲ। ਸਾਡੀ ਬੁੱਧੀ ਨੂੰ ਪਤਾ ਵੀ ਇਹ ਕੱਪੜਾ ਹੈ, ਇਹ ਸਪੀਕਰ ਹੈ, ਇਹ ਮਾਈਕ ਹੈ, ਇਹ ਸੰਗਤ ਬੈਠੀ ਹੈ, ਇਹ ਬੀਬੀਆਂ ਬੈਠੀਆਂ, ਇਹ ਸਿੰਘ ਬੈਠੇ ਹੈ, ਦੀਵਾਨ ਲੱਗਾ, ਸਾਨੂੰ ਦਿਸ ਰਿਹਾ ਇਹ ਸੰਸਾਰੀ ਬੁੱਧੀ ਹੈ। ਇਹ ਰੋਟੀ ਹੈ, ਇਹ ਕੱਪੜਾ ਹੈ, ਇਹ ਮਕਾਨ ਹੈ, ਇਹ ਸਾਰਾ ਗਿਆਨ ਸਾਨੂੰ ਸਾਰਿਆਂ ਨੂੰ ਥੋੜ੍ਹਾ ਬੋੜਾ ਹੈ। ਇਹ ਪਦਾਰਥਾਂ ਨੂੰ ਵਿਸ਼ੇ ਕਰਨ ਵਾਲੀ ਬੁੱਧੀ ਸੰਸਾਰੀਆਂ ਕੋਲ ਹੈ, ਸਾਰਿਆਂ ਕੋਲ। ਪਰ ਇੱਕ ਆਤਮ ਵਿਸ਼ੈਣੀ ਬੁੱਧੀ ਹੁੰਦੀ ਹੈ, ਜਿਹਦੇ ਨਾਲ ਆਤਮ ਗਿਆਨ, ਅਨੁਭਵੀ ਗਿਆਨ ਦੀਆਂ ਗੱਲਾਂ ਸਮਝ ਆਉਂਦੀਆਂ, ਉਹ ਗੁਰੂ ਕੋਲ ਹੁੰਦੀ ਹੈ। ਅਤੇ ਗੁਰੂ ਸੱਚੇ ਪਾਤਸ਼ਾਹ ਮਹਾਰਾਜ ਉਹ ਆਤਮ ਵਿਸ਼ੈਣੀ ਬੁੱਧੀ ਦੇ ਕੇ ਸਿੱਖਾਂ ਦਾ ਲੈਵਲ ਵੀ ਉਹੋ ਜਿਹਾ ਹੀ ਕਰ ਦਿੰਦੇ ਨੇ, ਜਿੱਥੇ ਜਾ ਕੇ ਗੁਰੂ ਸਿੱਖ ਗੁਰੂ ਹੈ। ਇੱਕ ਗੁਰੂ ਉਪਦੇਸ਼ ਚਲਾਏ, ਇੱਕ ਅਵਸਥਾ ਹੋ ਜਾਂਦੀ ਹੈ। ਸੋ ਕਹਿੰਦੇ ਅਨਿ ਅਵਸਥਾ ਉਪਦੇਸ਼ਕ ਕੇਰੀ। ਅਜੇ ਉਹ ਦੁਨਿਆਵੀ ਤੌਰ 'ਤੇ ਉਪਦੇਸ਼ ਦੇਣ ਦੇ ਯੋਗ ਨਹੀਂ ਨਜ਼ਰ ਆਉਂਦੇ। 7 ਸਾਲ ਦਾ ਬੱਚਾ 50-55 ਸਾਲ ਦੇ 60 ਸਾਲ ਦੇ ਪਾਂਧੇ ਨੂੰ ਉਪਦੇਸ਼ ਦੇ ਰਿਹਾ, ਇਹ ਗੱਲ ਦੁਨੀਆ ਦੀ ਸਮਝ ਤੋਂ ਬਾਹਰ ਹੈ। ਦੁਨਿਆਵੀ ਲੋਕ ਇਹਨੂੰ ਨਹੀਂ ਮੰਨਣਗੇ, ਪਰ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਬਾਅਦ ਵਿੱਚ ਉਹ ਕਲਾ ਵਰਤਾ ਕੇ ਪਾਂਧੇ ਲਾਲ ਚੰਦ ਦਾ ਵੀ ਜਦੋਂ ਮਾਣ ਤੋੜਿਆ ਸੀ, ਪੰਡਤ ਦਾ ਪੰਜੋਖਰਾ ਸਾਹਿਬ, ਗੀਤਾ ਦੇ ਅਰਥ ਗੂੰਗੇ ਕੋਲੋਂ ਕਰਾ ਦਿੱਤੇ ਸਨ। ਗੁਰੂ ਜੋਤ ਹੈ, ਗੁਰੂ ਸਰੀਰ ਨਹੀਂ ਹੈ, ਗੁਰੂ ਉਮਰਾਂ ਦਾ ਮੁਥਾਜ ਨਹੀਂ ਹੈ। ਸੋ ਸੱਚੇ ਪਾਤਸ਼ਾਹ 7 ਸਾਲਾਂ ਦੇ ਹਨ, ਉਪਦੇਸ਼ ਬੜਾ ਅਗੰਮੀ ਦੇਣ ਲੱਗੇ ਹਨ। ਧਰਾ ਅਧੀਰਜ ਸਕੈ ਨਾ ਹੇਰੀ। ਅਜੇ ਉਪਦੇਸ਼ ਦੇਣ ਦੀ ਉਮਰ ਨਹੀਂ, ਪਰ ਇੰਨੀ ਕਾਹਲ ਕਿਉਂ ਕੀਤੀ ਹੈ, ਛੇਤੀ ਕਿਉਂ ਕੀਤੀ ਹੈ? ਕਹਿੰਦੇ ਛੇਤੀ ਇਸ ਕਰਕੇ ਕੀਤੀ ਹੈ ਵੀ ਧਰਤੀ ਡੋਲ ਰਹੀ ਹੈ, ਧਰਤੀ ਦੀ ਹਾਲਤ ਮਾੜੀ ਹੈ, ਧਰਤੀ ਨੂੰ ਧੀਰਜ ਦੇਣਾ ਛੇਤੀ ਪਵੇਗਾ। ਕੋਈ ਬੰਦਾ ਘਬਰਾ ਰਿਹਾ ਹੋਵੇ, ਕੋਈ ਪਰੇਸ਼ਾਨ ਹੋ ਰਿਹਾ ਹੋਵੇ, ਅਤੇ ਉਹਦੇ ਲਈ ਸਾਨੂੰ ਕਾਹਲੀ ਨਾਲ ਉਹਦੇ ਕੋਲ ਅੱਪੜਨਾ ਪੈਂਦਾ, ਉਹਦੀ ਸਹਾਇਤਾ ਕਰਨੀ ਪੈਂਦੀ ਹੈ। ਸਤਿਗੁਰੂ ਨਾਨਕ ਸਾਹਿਬ ਧਰਤੀ ਦੀ ਪੁਕਾਰ ਸੁਣ ਕੇ ਤੇ ਆਏ ਨੇ, ਸੁਣੀ ਪੁਕਾਰ ਦਤਾਰ ਪ੍ਰਭ, ਗੁਰੂ ਨਾਨਕ ਜਗ ਮਾਹੇ ਪਠਾਇਆ। ਅਤੇ ਹੁਣ ਛੇਤੀ ਨਾਲ ਉਪਦੇਸ਼ ਵੀ ਦੇਣਾ ਸ਼ੁਰੂ ਕਰ ਦਿੱਤਾ ਹੈ। ਚੌਪਈ ਪਾਂਧੇ ਪ੍ਰਤ ਪੂਰਬ ਉਪਕਾਰਾ। ਇਹ ਸਭ ਤੋਂ ਪਹਿਲਾ ਉਪਕਾਰ ਪਾਂਧੇ ਗੋਪਾਲ ਚੰਦ ਪ੍ਰਤੀ ਕੀਤਾ ਹੈ। ਭਵ ਤਾਰਨ ਹਿਤ ਸ਼ਬਦ ਉਚਾਰਾ। ਪਾਂਧੇ ਗੋਪਾਲ ਚੰਦ ਨੂੰ ਭਵ ਸਾਗਰ ਤੋਂ ਪਾਰ ਲੰਘਾਉਣ ਲਈ, ਸਾਰੇ ਸੰਸਾਰ ਦੇ ਜੀਵਾਂ ਨੂੰ ਉਪਦੇਸ਼ ਦੇਣ ਲਈ ਮਹਾਰਾਜ ਸ਼ਬਦ ਉਚਾਰਨ ਕੀਤਾ। ਸ੍ਰੀ ਰਾਗ ਮਹੱਲ ਪਹਿਲਾ। ਇੱਥੇ ਸਾਧ ਸੰਗਤ ਜੀ ਸ੍ਰੀ ਰਾਗ ਵਿੱਚ ਮਹੱਲਾ ਨਹੀਂ ਹੈ, ਕੰਨਾ ਨਹੀਂ ਲੱਗਾ ਹੋਇਆ, ਔਂਕੜ ਲੱਗਾ ਹੋਇਆ ਮਿਲਦਾ, ਇਸ ਕਰਕੇ ਪਾਠ ਇਹਨੂੰ ਮਹੱਲ ਬੋਲਦੇ ਸੰਪਰਦਾਇ ਵਿੱਚ। ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਸ਼ਬਦ ਉਚਾਰਨ ਕਰਕੇ ਪਾਂਧੇ ਨੂੰ ਉਪਦੇਸ਼ ਦਿੰਦੇ ਹਨ। ਚਤੁਰ ਵੇਦ ਬਰ ਸਾਰ ਲਖਾਇਆ। ਇਹਨਾਂ ਸ਼ਬਦਾਂ ਵਿੱਚ 4 ਵੇਦਾਂ ਦਾ ਨਿਚੋੜ ਕੱਢ ਦਿੱਤਾ, ਸਾਰ ਕੱਢ ਦਿੱਤਾ। ਮਹਾਂਪੁਰਸ਼ ਹੁੰਦੇ ਆ, ਬਹੁਤ ਲੰਬੀ ਗੱਲ ਨੂੰ 2 ਅੱਖਰਾਂ 'ਚ ਹੀ ਕਹਿ ਦਿੰਦੇ ਆ। ਛੋਟੀ ਜਿਹੀ ਗੱਲ ਨੂੰ ਵਧਾ ਲੈਣਾ ਬੜਾ ਸੌਖਾ। ਜੇ ਕੋਈ ਗੱਲ ਦੀ ਵਿਆਖਿਆ ਕਰਨੀ 2 ਘੰਟੇ 4 ਘੰਟੇ 8 ਘੰਟੇ ਵਧਾਈ ਜਾਓ, ਵਿਸਥਾਰ ਕਰ ਲਓ, ਸੌਖਾ। ਬਹੁਤ ਲੰਮੀ ਗੱਲ ਨੂੰ ਥੋੜ੍ਹੇ ਜਿਹੇ ਸ਼ਬਦਾਂ 'ਚ ਕਹਿ ਦੇਣਾ, ਇਹ ਅਗੰਮੀ ਸ਼ਕਤੀ ਨਾਲ ਹੀ ਹੋ ਸਕਦਾ ਹੈ। ਧੰਨ ਗੁਰੂ ਨਾਨਕ ਦੇਵ ਜੀ 4 ਵੇਦਾਂ ਦਾ, ਜੇ 4 ਵੇਦ ਪੜ੍ਹਨ ਦੇ ਪਤਾ ਕਿੰਨਾ ਸਮਾਂ ਲੱਗਦਾ। ਕਾਸ਼ੀ ਵਿੱਚ ਜਿਹੜੇ ਵਿਦਵਾਨ ਪੜ੍ਹਦੇ ਨੇ, ਉਹਨਾਂ ਮਹਾਂਪੁਰਸ਼ਾਂ ਦੇ ਉੱਥੇ ਜਾ ਕੇ ਦਰਸ਼ਨ ਕਰੀ ਅਸੀਂ ਗਏ ਕਾਸ਼ੀ ਵਿੱਚ, ਉਹ ਕਹਿੰਦੇ 18 ਸਾਲ ਲੱਗ ਜਾਂਦੇ ਆ ਜੀ ਪਹਿਲਾਂ ਪੜ੍ਹਨ 'ਤੇ। 18 ਸਾਲ ਦੇ ਵਿੱਚ ਵਿਆਕਰਨ, ਛੰਦ ਸ਼ਾਸਤਰ, ਨਿਰੁਕਤ ਸਿੱਖਿਆ, ਪਿੰਗਲ ਕਲਪ ਸਿੱਖ ਕੇ ਫਿਰ ਉਹ ਵੇਦ ਨੂੰ ਹੱਥ ਲਾਣ ਦਿੰਦੇ ਆ, ਅਤੇ ਫਿਰ 15-20 ਸਾਲ ਦੇ ਵਿੱਚ ਵੇਦ ਪੜ੍ਹੇ ਜਾਂਦੇ ਆ। ਬੰਦੇ ਦੀ ਸਾਰੀ ਜ਼ਿੰਦਗੀ ਲੰਘ ਜਾਂਦੀ ਹੈ ਤਾਂ ਵੇਦ ਪੜ੍ਹਨਾ ਆਉਂਦਾ। ਗੁਰੂ ਨਾਨਕ ਸਾਹਿਬ ਨੇ ਥੋੜ੍ਹੇ ਜਿਹੇ ਸ਼ਬਦਾਂ ਵਿੱਚ ਉਹ ਸਾਰਾ ਹੀ ਗਿਆਨ ਆਪਣੇ ਖਾਲਸੇ ਨੂੰ ਦੇ ਦਿੱਤਾ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਅਤੇ ਪੰਡਤ ਲੋਕ ਸਾਧ ਸੰਗਤ ਜੀ ਆਮ ਲੋਕਾਂ ਨੂੰ ਗਿਆਨ ਦਿੰਦੇ ਵੀ ਨਹੀਂ ਸਨ। ਉਹ ਕਹਿੰਦੇ ਸੀ ਜਾਂ ਬਾਹਮਣ ਪੜ੍ਹ ਸਕਦਾ ਜਾਂ ਖੱਤਰੀ। ਦੂਜੀਆਂ ਜਾਤਾਂ ਦੇ ਲੋਕ ਇਹ ਵੇਦ ਦਾ ਗਿਆਨ ਪ੍ਰਾਪਤ ਵੀ ਨਹੀਂ ਸੀ ਕਰ ਸਕਦੇ। ਇਸਤਰੀਆਂ ਨੂੰ ਤਾਂ ਕਹਿੰਦੇ ਸੀ ਨਾ ਇਸਤਰੀ ਪੜ੍ਹ ਸਕਦੀ ਹੈ ਵੇਦ, ਅਤੇ ਨਾ ਸ਼ੂਦਰ ਪੜ੍ਹ ਸਕਦੇ। ਬੀਬੀਆਂ ਨੂੰ ਵੀ ਅਤੇ ਨੀਵੀਆਂ ਜਾਤਾਂ ਨੂੰ ਵੀ ਉਹ ਪਰੇ ਕਰਕੇ ਰੱਖਦੇ ਸੀ ਵੇਦ ਦੇ ਗਿਆਨ ਤੋਂ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਇਸਤਰੀ ਵੀ ਪੜ੍ਹ ਸਕਦੀ ਹੈ,
ਤੇ ਹਰ ਜਾਤੀ ਦਾ ਇਨਸਾਨ, ਹਿੰਦੂ ਤੇ ਮੁਸਲਮਾਨ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਸ੍ਰੀ ਵਾਹਿਗੁਰੂ। ਆਪਾਂ ਭਾਵੇਂ ਡਾਂਗ ਲੈ ਕੇ ਖੜੇ ਹੋ ਜਾਈਏ ਵੀ ਅਸੀਂ ਨਹੀਂ ਪੜ੍ਹਨ ਦੇਣੀ, ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹਰ ਇਨਸਾਨ ਵਾਸਤੇ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਸਾਡਾ ਇੱਕ ਅੱਜ ਰਵੱਈਆ ਬਣ ਗਿਆ ਵੀ ਸਾਡਾ ਹੀ ਕਬਜ਼ਾ ਹੈ, ਅਸੀਂ ਗੁਰੂ ਦੇ ਗਿਆਨ ਨੂੰ ਫੈਲਣ ਨਹੀਂ ਦਿੱਤਾ। ਪਰ ਗੁਰੂ ਸਾਹਿਬ ਦੀ ਬਾਣੀ ਜਿਹੜੀ ਹੈ ਨਾ, ਪੂਰੀ ਮਾਨਵ ਜਾਤੀ ਵਾਸਤੇ ਹੈ। ਤਾਂ ਕਵੀ ਜੀ ਲਿਖ ਰਹੇ ਨੇ, ਚਾਰਾਂ ਵੇਦਾਂ ਦਾ ਤੱਤ ਕੱਢ ਕੇ ਰੱਖ ਦਿੱਤਾ। ਤਰਹਿ ਸੇ ਨਰ ਸੁਨ ਮਨ ਵਸਾਇਆ। ਜਿਹੜੇ ਪ੍ਰਾਣੀ ਗੁਰੂ ਬਾਬੇ ਦੀ ਬਾਣੀ ਸੁਣਨਗੇ ਤੇ ਆਪਣੇ ਮਨ 'ਚ ਵਸਾਣਗੇ, ਸੁਣਿਆ ਮੰਨਿਆ ਮਨ ਕੀਤਾ ਭਾਉ, ਉਹ ਇਸ ਭਵ ਸਾਗਰ ਤੋਂ ਤਰ ਜਾਣਗੇ। ਦੋਹਰਾ ਦੇਹ ਦੀਵਟੀ ਕੇ ਵਿਖੇ ਨਿਹ ਮੋਹ ਭਰਪੂਰ। ਮਹਾਰਾਜ ਕਹਿੰਦੇ ਆ ਜਿਹੜੀ ਦੇਹ ਹੈ ਨਾ, ਸਾਧ ਸੰਗਤ ਜੀ, ਪਹਿਲਾਂ ਆਪਾਂ ਇਸ ਗੱਲ ਨੂੰ ਸਮਝ ਲਈਏ ਵੀ ਮਸ ਕੀ ਹੁੰਦੀ ਹੈ। ਮਸ ਕਹਿੰਦੇ ਜੀ ਸਿਆਹੀ ਨੂੰ, ਜਿਹਦੇ ਨਾਲ ਲਿਖਿਆ ਜਾਂਦਾ ਉਸ ਨੂੰ ਮਸ, ਉਸ ਨੂੰ ਸਿਆਹੀ, ਆਪਾਂ ਆਮ ਬੋਲੀ 'ਚ ਸਿਆਹੀ ਕਹਿੰਦੇ ਆ, ਪਰ ਗੁਰੂ ਗ੍ਰੰਥ ਸਾਹਿਬ ਵਿੱਚ ਮਸ ਸ਼ਬਦ ਆਇਆ ਬਹੁਤ ਵਾਰੀ। ਤੇ ਜਿਹੜੀ ਦਵਾਤ ਹੁੰਦੀ ਉਹਨੂੰ ਮਸਵਾਣੀ ਕਹਿੰਦੇ ਨੇ। ਕਲਮ ਜਾਣੋ ਸਣ ਮਸਵਾਣੀਆਂ, ਕਾਗਦ ਵੀ ਜਲ ਜਾਓ, ਇੱਦਾਂ ਹੋਰ ਵੀ ਬੜੇ ਸ਼ਬਦ ਨੇ ਜਿਹਦੇ ਵਿੱਚ ਮਸ ਸ਼ਬਦ ਸਿਆਹੀ ਵਾਸਤੇ ਤੇ ਮਸਵਾਣੀ ਦਵਾਤ ਵਾਸਤੇ ਆਇਆ। ਤੇ ਸਿਆਹੀ ਕਿਵੇਂ ਬਣਾਉਂਦੇ ਸੀਗੇ? ਉਹ ਸਿਆਹੀ ਦੀਵਾ ਬਾਲ ਕੇ ਉੱਤੇ ਕੋਈ ਬਾਟੀ ਮੂਧੀ ਮਾਰ ਦਿੰਦੇ ਸੀਗੇ। ਉਹ ਦੇਸੀ ਘਿਓ ਦਾ ਦੀਵਾ ਜਾਂ ਤੇਲ ਦਾ ਦੀਵਾ ਜਿਹੜਾ ਬਲਦਾ ਸੀ, ਉਹਦੇ ਵਿੱਚੋਂ ਉੱਪਰ ਜਾ ਕੇ ਜਿਹੜੀ ਲੋ ਲੱਗਦੀ ਸੀ ਨਾ, ਕਾਲਖ ਲੱਗਦੀ ਸੀ, ਉਹਨੂੰ ਲੋ ਕਹਿੰਦੇ ਸੀਗੇ। ਉਹਨੂੰ ਫਿਰ ਇਕੱਠੀ ਕਰਕੇ ਮਾਈਆਂ ਬੀਬੀਆਂ ਅੱਖਾਂ ਦਾ ਕਜੜਾ ਵੀ ਉਹਦੇ ਨਾਲ ਬਣਾਉਂਦੀਆਂ ਹੁੰਦੀਆਂ ਸੀ, ਤੇ ਉਹਦੇ ਨਾਲ ਹੀ ਸਿਆਹੀ ਬਣਦੀ ਹੁੰਦੀ ਸੀ। ਤੇ ਉਹਦੇ ਲਈ ਤੁਹਾਨੂੰ ਦੀਵਾ ਬਾਲਣਾ ਵੀ ਪੈਣਾ, ਕੁਝ ਸਾੜਨਾ ਵੀ ਪੈਣਾ। ਤੇ ਉਹ ਭਾਈ ਸਾਹਿਬ, ਭਾਈ ਸੰਤੋਖ ਸਿੰਘ ਜੀ ਹੁਣ ਵਿਆਖਿਆ ਕਰ ਰਹੇ ਨੇ ਇਸ ਪੰਕਤੀ ਦੀ, ਜਾਲ ਮੋਹ ਘਸ ਮਸ ਕਰ। ਸਿਆਹੀ ਕਿਵੇਂ ਬਣਾਉਣੀ ਹੈ? ਕਹਿੰਦੇ ਆਹ ਜਿਹੜੀ ਦੇਹ ਰੂਪੀ ਇਹ ਦੀਵਟੀ ਹੈ। ਦੀਵਟੀ ਦੀਵਾ, ਜਿਵੇਂ ਮਿੱਟੀ ਦਾ ਦੀਵਾ ਹੁੰਦਾ, ਇਹ ਦੇਹ ਇੱਕ ਦੀਵਾ ਹੈ। ਤੇ ਇਹਦੇ ਵਿੱਚ ਤੇਲ ਕਿਹੜਾ? ਹਾਂਜੀ, ਨੇਹ ਮੋਹ ਭਰਪੂਰ। ਮੋਹ ਦਾ ਨੇਹ ਤੇਲ ਨੂੰ ਕਹਿੰਦੇ। ਸਨੇਹ ਜਾਂ ਨੇਹ ਪਦ ਦਾ ਅਰਥ ਪਿਆਰ ਵੀ ਹੁੰਦਾ ਤੇ ਇਹਦਾ ਅਰਥ ਤੇਲ ਵੀ ਹੁੰਦਾ। ਕਹਿੰਦੇ ਇਸ ਦੇਹ ਰੂਪੀ ਦੀਵੇ 'ਚ ਮੋਹ ਦਾ ਤੇਲ ਪਿਆ ਹੋਇਆ। ਆਪਣੇ ਸਰੀਰ ਦੇ ਵਿੱਚ ਮੋਹ ਹੀ ਤਾਂ ਵੱਡੀ ਚੀਜ਼ ਆ। ਭਾਈ ਪੰਡਿਤ ਗੁਲਾਬ ਸਿੰਘ ਜੀ ਨਿਰਮਲੇ ਮਹਾਂਪੁਰਸ਼ਾਂ ਨੇ ਇੱਕ ਗ੍ਰੰਥ ਲਿਖਿਆ ਬਹੁਤ ਕਮਾਲ ਦਾ। ਕਦੀ ਆਪਣੇ ਅੰਦਰ ਦੀਆਂ ਗੱਲਾਂ ਪੜ੍ਹਨੀਆਂ ਹੋਣ ਤੇ ਉਹ ਗ੍ਰੰਥ ਪੜ੍ਹ ਲਓ। ਅੰਦਰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਈਰਖਾ, ਬਖੀਲੀ, ਦਵੈਸ਼, ਨਿੰਦਾ, ਚੁਗਲੀ, ਆਲਸ, ਕਿਰਪਣਤਾ, ਕੰਜੂਸੀ ਤੇ ਸਤ, ਸੰਤੋਖ, ਦਇਆ, ਧਰਮ, ਸੱਚ, ਸੁੱਚ, ਨੇਕੀ, ਪਰਉਪਕਾਰ, ਵਿਵੇਕ, ਇਹਨਾਂ ਦਾ ਜੰਗ ਹੁੰਦਾ। ਉੱਥੇ ਦੋ ਰਾਜੇ ਦਿਖਾਏ ਹੈ। ਇੱਕ ਮੋਹ ਰਾਜਾ ਹੈ, ਜਿਹਦੀ ਸੈਨਾ 'ਚ ਕਾਮ ਹੈ, ਕ੍ਰੋਧ ਹੈ, ਲੋਭ ਹੈ, ਹੰਕਾਰ ਹੈ, ਈਰਖਾ ਹੈ, ਬਖੀਲੀ ਹੈ, ਦਵੈਸ਼ ਹੈ, ਕਲਯੁਗ ਹੈ। ਉਹ ਸਾਰੀ ਮੋਹ ਦੀ ਸੈਨਾ ਹੈ। ਇੱਕ ਵਿਵੇਕ ਰਾਜਾ ਹੈ, ਜਿਹਦੀ ਸੈਨਾ ਦੇ ਵਿੱਚ ਯੋਧੇ ਹਨ ਸਤ, ਸੰਤੋਖ, ਦਇਆ, ਧਰਮ, ਸੱਚ, ਸੁੱਚ, ਨੇਕੀ, ਪਰਉਪਕਾਰ, ਤਿਆਗ, ਬੈਰਾਗ। ਉਹਨਾਂ ਦਾ ਜੰਗ ਹੁੰਦਾ ਕਿੱਥੇ ਹੈ? ਮੈਦਾਨ ਕਿਹੜਾ? ਲੜਾਈ ਦਾ ਮੈਦਾਨ ਸਾਡਾ ਹਿਰਦਾ। ਸਾਡੇ ਹਿਰਦੇ ਵਿੱਚ ਇੱਕ ਕਸ਼ਮਕਸ਼ ਹੁੰਦੀ ਹੈ, ਠਾਠਾ ਹੁੰਦੀ ਹੈ, ਤੋਪਾਂ ਚੱਲਦੀਆਂ, ਤੇਗਾਂ ਚੱਲਦੀਆਂ। ਉਹ ਨਾਟਕ ਪੰਡਿਤ ਗੁਲਾਬ ਸਿੰਘ ਜੀ ਮਹਾਂਪੁਰਸ਼ ਨਿਰਮਲਿਆਂ ਨੇ ਅੱਜ ਤੋਂ 250 ਸਾਲ ਪਹਿਲਾਂ ਲਿਖਿਆ। ਕਲਗੀਧਰ ਪਾਤਸ਼ਾਹ ਮਹਾਰਾਜ ਦੇ ਚੇਲੇ ਸਨ ਪੰਡਿਤ ਮਾਨ ਸਿੰਘ ਜੀ। ਪੰਡਿਤ ਮਾਨ ਸਿੰਘ ਦੇ ਚੇਲੇ ਸਨ ਪੰਡਿਤ ਗੁਲਾਬ ਸਿੰਘ ਜੀ। ਉਹ ਕਦੀ ਪੜ੍ਹੋ ਤੁਸੀਂ ਨਾਟਕ, ਉਹਦੇ ਵਿੱਚ ਇਹ ਸਾਡੇ ਅੰਦਰ ਦੀਆਂ ਗੱਲਾਂ ਦੱਸੀਆਂ ਹੋਈਆਂ, ਕਮਜ਼ੋਰੀਆਂ ਵੀ ਦੱਸੀਆਂ, ਖੂਬੀਆਂ ਵੀ ਦੱਸੀਆਂ। ਬੰਦੇ ਦੇ ਅੰਦਰ ਹੀ ਸਭ ਕੁਛ ਹੈ। ਕਹਿੰਦੇ ਇਹ ਦੇਹ ਜਿਹੜੀ ਹੈ ਨਾ, ਇਹ ਦੀਵਾ ਹੈ, ਮਿੱਟੀ ਦਾ ਦੀਵਾ ਕਹਿ ਲਓ। ਇਹਦੇ ਵਿੱਚ ਤੇਲ ਪਿਆ ਹੋਇਆ ਮੋਹ ਦਾ। ਆਪਾਂ ਸਾਰੇ ਮੋਹ 'ਚ ਹੀ ਫਸੇ ਹੋਏ ਆ। ਕੋਈ ਵੀ ਬੰਦਾ ਇਹ ਨਹੀਂ ਕਹਿ ਸਕਦਾ ਮੈਂ ਮੋਹ ਤੋਂ ਛੁੱਟਿਆ ਹੋਇਆ। ਸਾਰੇ ਕਿਤੇ ਨਾ ਕਿਤੇ ਮੋਹ ਜਾਲ 'ਚ ਆਪਾਂ। ਉਹ ਮੈਂ ਕਈ ਵਾਰੀ ਸੁਣਾਈ ਆ ਗੱਲ ਵੀ ਅਸੀਂ ਹਜ਼ੂਰ ਸਾਹਿਬ ਮਾਤਾ ਜੀ ਦੇ ਸਥਾਨ 'ਤੇ ਬੈਠੇ, ਉੱਥੇ ਬਾਬਾ ਪ੍ਰੇਮ ਸਿੰਘ ਜੀ ਨੇ ਮਹਾਂਪੁਰਸ਼, ਤੇ 8-10 ਸਿੰਘ ਸੀ। ਇੱਕ ਸਾਡੇ 'ਚ ਬਜ਼ੁਰਗ ਕਹਿੰਦੇ ਜੀ ਬਾਣੀ ਪੜ੍ਹਦੇ ਆ ਮਨ ਨਹੀਂ ਲੱਗਦਾ। ਅੱਗੋਂ ਮਹਾਂਪੁਰਸ਼ ਕਹਿੰਦੇ ਮੋਹ ਛੱਡ ਦਿਓ। ਉਹ ਕਹਿੰਦੇ
ਮੋਹ ਤੇ ਬਾਬਾ ਜੀ ਛੱਡਿਆ ਹੀ ਹੈ, ਮੋਹ ਕਾਹਦਾ? ਉਹ ਕਹਿੰਦੇ ਮੋਹ ਛੱਡਿਆ ਤੇ ਫਿਰ ਸਾਡੇ ਕੋਲ ਇੱਥੇ ਹਜ਼ੂਰ ਸਾਹਿਬ ਹੀ ਰਹਿ ਜਾਓ। ਕਹਿੰਦੇ ਰਹਿ ਤਾਂ ਜਾਂਦਾ, 2 ਮੱਝਾਂ ਰੱਖੀਆਂ ਹੋਈਆਂ ਨੇ। ਹੁਣ ਇਹ ਕਹਿਣਾ ਸੌਖਾ ਵੀ ਮੋਹ ਕੋਈ ਨਹੀਂ, ਪਰ ਮੋਹ ਦੀ ਤਾਂ ਬੜੀਆਂ ਤੰਦਾਂ ਡੂੰਘੀਆਂ। ਮੈਂ ਕਥਾ ਕਰ ਰਿਹਾ ਤੇ ਤੁਸੀਂ ਸਮਝੋਗੇ ਵੀ ਮੈਂ ਮੋਹ ਤੋਂ ਬਚਿਆ ਹੋਇਆ, ਤੁਸੀਂ ਸੁਣ ਕੇ ਬਚੇ ਹੋਏ ਹੋ। ਨਹੀਂ, ਗੁਰੂ ਨਾਨਕ ਕਿਰਪਾ ਕਰ ਦੇਵੇ ਤੇ ਬਚ ਜਾਈਏ। ਇਹ ਕੋਈ ਸੌਖਾ ਕੰਮ ਨਹੀਂ ਹੈ। ਗੱਲਾਂ ਵਾਲੇ ਹੈਣ ਘਨੇਰੇ, ਛੱਡ ਨਾ ਸਕੈ ਕੋਈ, ਛੱਡਣਾ ਬੜਾ ਔਖਾ ਹੈ। ਮਹਾਰਾਜ ਕਹਿੰਦੇ ਦੇ ਦੀਵਟੀ ਕੇ ਵਿਖੈ ਨੇ ਮੋਹ ਭਰਪੂਰ, ਦੇ ਦੀਵੇ ਵਿੱਚ ਮੋਹ ਦਾ ਤੇਲ ਪਿਆ ਹੋਇਆ ਹੈ। ਬਾਤੀ ਵਿਸ਼ੀਅਨ ਬਾਸਨਾ। ਕਹਿੰਦੇ ਬੱਤੀ ਵੀ ਹੁੰਦੀ ਹੈ ਦੀਵੇ 'ਚ। ਬੱਤੀ ਕਿਹੜੀ ਹੈ? ਕੋਈ ਰੂੰ ਦੀ ਬੱਤੀ ਵੱਟ ਕੇ ਪਾ ਦਿੰਦਾ, ਕੋਈ ਲੀਰ ਦੀ ਵੱਟ ਕੇ ਪਾ ਲੈਂਦਾ। ਉਹ ਬੱਤੀ ਦੇ ਨਾਲ ਹੀ ਤਾਂ ਦੀਵਾ ਜਗਣਾ। ਕਹਿੰਦੇ ਬੱਤੀ ਵਿਸ਼ਿਆਂ ਦੀ ਵਾਸ਼ਨਾ ਹੈ। ਅੱਜ ਮੈਂ ਆਹ ਚੀਜ਼ ਖਾਣੀ ਹੈ, ਮੈਂ ਆਹ ਪੀਣੀ ਹੈ, ਮੈਂ ਆਹ ਇੱਥੇ ਜਾਣਾ, ਅੱਜ ਮੈਂ ਆਹ ਫਿਲਮ ਵੇਖਣੀ ਹੈ। 5 ਜਿਹੜੇ ਸਾਡੇ ਗਿਆਨ ਇੰਦਰੀ ਨੇ, ਇਹਨਾਂ ਦੇ 5 ਹੀ ਵਿਸ਼ੇ ਨੇ। ਸ਼ਬਦ, ਸਪਰਸ਼, ਰੂਪ, ਰਸ, ਗੰਧ। ਅੱਖਾਂ ਦਾ ਰੂਪ ਹੈ, ਕੰਨਾਂ ਦਾ ਸ਼ਬਦ ਹੈ, ਚਮੜੀ ਦਾ ਸਪਰਸ਼ ਹੈ, ਜੀਭ ਦਾ ਰਸ ਹੈ, ਨੱਕ ਦਾ ਵਾਸ਼ਨਾ ਸੁਗੰਧੀ ਹੈ। ਉਹ ਲੈਣ ਵਾਸਤੇ ਬਾਹਰ ਨੂੰ ਬਿਰਤੀਆਂ ਜਾ ਰਹੀਆਂ ਨੇ। ਇਹ ਜਿਹੜੀ ਬਿਰਤੀਆਂ ਜਾ ਰਹੀਆਂ ਨਾ ਵਿਸ਼ੇ ਵੱਲ, ਇਹ ਬੱਤੀ ਹੈ। ਬਾਤੀ ਵਿਸ਼ਿਅਨ ਵਾਸ਼ਨਾ, ਵਿਸ਼ਿਆਂ ਦੀ ਵਾਸ਼ਨਾ ਦੀ ਬੱਤੀ ਪਈ ਹੋਈ ਹੈ। ਦੇਹ ਰੂਪੀ ਦੀਵੇ ਵਿੱਚ ਮੋਹ ਦਾ ਤੇਲ ਪਿਆ ਹੋਇਆ ਤੇ ਵਿਸ਼ਿਆਂ ਦੀ ਵਾਸ਼ਨਾ ਦੀ ਬੱਤੀ ਪਈ ਹੋਈ ਹੈ। ਅਗਨ ਗਿਆਨ ਤੇ ਦੂਰ, ਪਰ ਬ੍ਰਹਮ ਗਿਆਨ ਦੀ ਅੱਗ ਤੋਂ ਦੂਰ ਹੈ। ਆਖੋ ਸਤਿਨਾਮ ਸ੍ਰੀ। ਇਹ ਤੇਲ ਵੀ ਸੜ ਸਕਦਾ, ਇਹ ਬੱਤੀ ਵੀ ਸੜ ਸਕਦੀ ਹੈ, ਅੱਗ ਹੋਵੇ। ਪਰ ਅੱਗ ਬ੍ਰਹਮ ਗਿਆਨ ਦੀ ਗੁਰੂ ਕੋਲੋਂ ਮਿਲਣੀ ਹੈ, ਉਹਦੇ ਤੋਂ ਦੂਰ ਹੈ, ਉਹਦੇ ਲਾਗੇ ਨਹੀਂ ਗਿਆ। ਦੀਵਾ ਵੀ ਹੈ, ਤੇਲ ਉਹਦੇ 'ਚ ਪਿਆ ਹੋਇਆ, ਬੱਤੀ ਵੀ ਉਹਦੇ 'ਚ ਵਿਸ਼ੇ ਵਾਸ਼ਨਾ ਦੀ ਪਈ ਹੋਈ ਹੈ, ਪਰ ਅਜੇ ਜੋਤ ਨਹੀਂ ਨਾ ਜਗੀ। ਬ੍ਰਹਮ ਅਗਨ ਸਹਿਜੇ ਪਰ ਜਾਲੀ, ਏਕੈ ਚੋਟ ਸੁਝਾਇਆ। ਉਹ ਜਿਹੜੀ ਅਗਨੀ ਹੈ ਉਹ ਪ੍ਰਗਟ ਨਹੀਂ ਹੋਈ। ਚਉਪਈ ਗੁਰ ਪ੍ਰਸਾਦ ਕਰ ਢਿਗ ਜਬ ਹਵੈ ਹੈ। ਕਹਿੰਦੇ ਜੇ ਕਿਤੇ ਗੁਰੂ ਦੀ ਕਿਰਪਾ ਹੋ ਜਾਏ, ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਗੁਰੂ ਕਿਰਪਾ ਬੜੀ ਵੱਡੀ ਚੀਜ਼ ਹੈ। ਗੁਰ ਕਿਰਪਾ ਜੇ ਨਰ ਕਉ ਕੀਨੀ, ਤੇ ਇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਣੀ ਸੰਗ ਪਾਣੀ। ਗੁਰੂ ਕਿਰਪਾ ਤੋਂ ਬਿਨਾਂ ਜੋ ਮਰਜ਼ੀ ਕਰੀ ਜੋ ਕੁਛ ਵੀ ਨਹੀਂ। ਗੁਰ ਪ੍ਰਸਾਦ, ਗੁਰੂ ਦੀ ਕਿਰਪਾ ਕਰ ਜਬ ਢਿਗ ਜਬ ਹੋਇਆ ਹੈ। ਉਹ ਦੀਵਾ ਚੱਕ ਕੇ ਉਸ ਅੱਗ ਦੇ ਨੇੜੇ ਕਰ ਦਿਆ। ਬ੍ਰਹਮ ਗਿਆਨ ਦੀ ਅੱਗ ਦੇ ਲਾਗੇ ਉਸ ਦੀਵੇ ਨੂੰ ਲਿਜਾਇਆ ਜਾਵੇ। ਉਹ ਬ੍ਰਹਮ ਗਿਆਨ ਦੀ ਅੱਗ ਉਸ ਬੱਤੀ ਨੂੰ ਲੱਗ ਜਾਵੇ। ਉਸ ਬੱਤੀ ਨੂੰ ਵੀ ਸਾੜੇਗੀ, ਵਿਸ਼ੇ ਦੀ ਵਾਸ਼ਨਾ ਸੜੇਗੀ ਉਹਦੇ ਨਾਲ। ਜਦੋਂ ਬ੍ਰਹਮ ਗਿਆਨ ਦੀ ਅੱਗ ਬਲੇਗੀ ਤੇ ਵਿਸ਼ੇ ਵਾਸ਼ਨਾ ਘਟੇਗੀ, ਤੇ ਉਹ ਜਿਹੜਾ ਤੇਲ ਹੈ ਨਾ ਵਿੱਚ, ਉਹ ਵੀ ਸੜੇਗਾ। ਇਹਦਾ ਨਿਯਮ ਹੈ, ਦੀਵਾ ਬਲੇਗਾ, ਤੇਲ ਵੀ ਸੜੇਗਾ, ਬੱਤੀ ਵੀ ਸੜੇਗੀ। ਮੋਹ ਵੀ ਘਟੇਗਾ ਬ੍ਰਹਮ ਗਿਆਨ ਦੀ ਅਗਨੀ ਨਾਲ, ਮੋਹ ਵੀ ਘਟੇਗਾ ਤੇ ਵਿਸ਼ੇ ਵਾਸ਼ਨਾ ਵੀ ਘਟੇਗੀ। ਆਤਮ ਗਿਆਨ ਲੈ ਪਦ ਪੈ ਹੈ। ਕਹਿੰਦੇ ਫਿਰ ਆਤਮ ਗਿਆਨ ਪ੍ਰਾਪਤ ਹੋ ਜਾਂਦਾ। ਆਤਮ ਗਿਆਨੀ ਬ੍ਰਹਮ ਗਿਆਨੀ ਬਣ ਜਾਂਦਾ ਜਦੋਂ ਉਹ ਗੁਰੂ ਦੀ ਕਿਰਪਾ ਨਾਲ, ਗੁਰ ਕਿਰਪਾ, ਗੁਰੂ ਬਖਸ਼ਿਸ਼ ਕਰਕੇ ਉਹ ਬ੍ਰਹਮ ਗਿਆਨ ਦੀ ਅੱਗ ਬਾਲਦਾ ਹੈ। ਆਤਮ ਗਿਆਨ ਦਾ ਅੰਦਰ ਪ੍ਰਕਾਸ਼ ਹੁੰਦਾ ਹੈ। ਆਤਮ ਮੈਂ ਰਾਮ, ਰਾਮ ਮੈਂ ਆਤਮ, ਚੀਨਸ ਗੁਰ ਵਿਚਾਰਾ। ਆਤਮਾ ਦੇ ਦਰਸ਼ਨ ਕਰਕੇ ਫਿਰ ਪਤਾ ਲੱਗਦਾ ਵੀ ਪਰਮਾਤਮਾ ਹੈ। ਜਿੰਨਾ ਚਿਰ ਆਤਮਾ ਦੇ ਦਰਸ਼ਨ ਨਹੀਂ ਕਰਦੇ, ਪਰਮਾਤਮਾ ਦੀਆਂ ਸਿਰਫ ਗੱਲਾਂ ਹੀ ਕਰਦੇ ਹਾਂ। ਆਖੋ ਸ੍ਰੀ ਵਾਹਿਗੁਰੂ। ਇੱਕ ਨਾਸਤਕ ਬੰਦੇ ਨੇ ਸਵਾਮੀ ਰਾਮ ਨੂੰ ਪੁੱਛਿਆ ਸੀਗਾ, ਕਹਿਣ ਲੱਗੇ ਆਪ ਭਗਵਾਨ ਕੋ ਮਾਨਤੇ हैं। ਉਹਨੇ ਚਰਚਾ ਕਰਨੀ ਸੀ, ਡਿਬੇਟ ਕਰਨੀ ਸੀ ਵੀ ਇਹ ਕਵੇ ਵੀ ਮੈਂ ਮੰਨਦਾ ਹਾਂ ਤੇ ਫਿਰ ਇਹਨੂੰ ਫਸਾਵਾਂਗੇ ਗੱਲਾਂ ਵਿੱਚ। ਸਵਾਮੀ ਰਾਮ ਤੀਰਥ ਕਹਿੰਦੇ ਨਾ, ਹਮ ਨਹੀਂ ਮਾਨਤੇ, ਹਮ ਬਿਲਕੁਲ ਨਹੀਂ ਮਾਨਤੇ। ਉਹ ਬੰਦਾ ਚੁੱਪ ਵੀ ਹੈ, ਮਾਨਤੇ ਨਹੀਂ ਤਾਂ ਫਿਰ ਗੱਲ ਹੀ ਮੁੱਕੀ। ਮੈਂ ਵੀ ਨਹੀਂ ਮੰਨਦਾ, ਇਹ ਵੀ ਨਹੀਂ ਮੰਨਦਾ। ਫਿਰ ਸਵਾਮੀ ਜੀ ਕਹਿੰਦੇ ਹਮ ਜਾਣਤੇ ਹੈ। ਗੱਲ ਇਹ ਹੈ, ਹਮ ਮਾਨਤੇ ਨਹੀਂ, ਮੰਨੀ ਤਾਂ ਦੁਨੀਆ ਜਾਂਦੀ ਹੈ, ਪਰ ਹਮ ਰਾਮ ਕੋ ਜਾਣਤੇ ਹੈ, ਜੋ ਸਾਡੇ ਅੰਦਰ ਬੈਠਾ ਹੋਇਆ ਦਿਖ ਰਿਹਾ ਹੈ। ਜਦੋਂ ਉਹ ਅਵਸਥਾ ਆ ਜਾਂਦੀ ਹੈ ਤਾਂ ਫਿਰ ਕੀ ਹੁੰਦਾ? ਕਹਿੰਦੇ ਉਹ ਜਿਹੜਾ ਮੋਹ ਦਾ ਤੇਲ ਹੈ ਨਾ,
ਉਹ ਫਤਿਹ ਹੋ ਜਾਂਦਾ, ਸੜ ਜਾਂਦਾ। ਜਿਹੜੀ ਵਿਸ਼ਿਆਂ ਦੀ ਬੱਤੀ ਹੈ ਉਹ ਵੀ ਸੜ ਜਾਂਦੀ ਹੈ। ਆਤਮ ਗਿਆਨ ਲੈ ਪਦ ਪੈ ਹੈ। ਆਤਮ ਗਿਆਨ ਦੀ ਪਦਵੀ ਪ੍ਰਾਪਤ ਕਰ ਲੈਂਦਾ ਹੈ, ਬ੍ਰਹਮ ਗਿਆਨੀ ਆਤਮ ਗਿਆਨੀ ਬਣ ਜਾਂਦਾ ਹੈ। ਸ਼੍ਰੀ ਨਾਨਕ ਹੋਏ ਗੁਰ ਦੁਖ ਖੋਊ। ਫਿਰ ਗੁਰੂ ਨਾਨਕ ਵਰਗਾ ਗੁਰੂ ਮਿਲੇ ਦੁੱਖਾਂ ਨੂੰ ਕੱਟਣ ਵਾਲਾ, ਤਾਂ ਹੀ ਗੱਲ ਬਣਦੀ ਹੈ। ਸਾਧ ਸੰਗਤ ਜੀ, ਗੁਰੂ ਵੀ ਪੂਰਾ ਹੋਵੇ ਨਾ, ਅਧੂਰਾ ਗੁਰੂ ਨਹੀਂ ਬ੍ਰਹਮ ਗਿਆਨ ਦੇ ਸਕਦਾ। ਕਰਮ ਕਿਰਿਆ ਜੋਰਨ ਵਿਖੇ ਤਤਪਰ ਸਾਧ ਅਨੇਕ। ਵੀਰਵਾਰ ਨੂੰ ਆਹ ਕੰਮ ਕਰ ਲਓ, ਮੰਗਲਵਾਰ ਨੂੰ ਆਹ ਕੰਮ ਕਰ ਲਓ, ਕੜਾ ਸੱਜੇ ਹੱਥ 'ਚ ਪਾ ਲਓ ਕਿ ਖੱਬੇ ਹੱਥ 'ਚ ਪਾ ਲਓ, ਇਹੋ ਜਿਹੀਆਂ ਗੱਲਾਂ ਦੱਸਣ ਵਾਲੇ ਬੜੇ ਆ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਕਰਮ ਕਾਂਡ ਕਿਰਿਆ 'ਚ ਜੋੜਨ ਵਾਲੇ ਬੜੇ ਆ, ਪਰ ਆਤਮ ਪਰਮਾਤਮ ਦਾ ਇੱਕਮਿਕ ਕਰਾਉਣ ਵਾਲਾ ਗੁਰੂ ਨਾਨਕ ਹੀ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਕਹਿੰਦੇ ਦਰਖਤ ਬਾਂਦਰਾਂ ਦੇ ਚੜ੍ਹਨ ਵਾਸਤੇ ਬੜੇ ਹਨ, ਬਾਂਦਰਾਂ ਦੇ ਚੜ੍ਹਨ ਵਾਸਤੇ, ਟੱਪਣ ਵਾਸਤੇ ਦਰਖਤ ਬੜੇ ਹਨ, ਪਰ ਹਾਥੀ ਬੰਨ੍ਹਣ ਵਾਸਤੇ ਦਰਖਤ ਕਿਤੇ ਕਿਤੇ ਮਿਲਦਾ ਹੈ। ਇੱਦਾਂ ਸਾਡੇ ਕਰਮ ਕਾਂਡ 'ਚ ਲਾਉਣ ਵਾਸਤੇ ਫੋਕੀਆਂ ਗੱਲਾਂ ਦੱਸਣ ਵਾਲੇ ਪ੍ਰਚਾਰਕ, ਕਥਾਵਾਚਕ, ਰਾਗੀ ਢਾਡੀ ਸਾਰੇ ਧਰਮਾਂ 'ਚ ਬੜੇ ਹਨ, ਪਰ ਗੁਰੂ ਨਾਨਕ ਉਹ ਗੱਲ ਦੱਸਦਾ ਹੈ ਜਿਸ ਨੂੰ ਜਾਣਨ ਤੋਂ ਬਾਅਦ ਹੋਰ ਕੁਝ ਜਾਣਨਾ ਬਾਕੀ ਨਹੀਂ ਰਹਿੰਦਾ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਜਿਸ ਨੂੰ ਜਾਣਨ ਤੋਂ ਬਾਅਦ ਹੋਰ ਕੁਝ ਜਾਣਨਾ ਬਾਕੀ ਨਾ ਰਵੇ, ਉਸੇ ਨੂੰ ਹੀ ਆਤਮ ਬ੍ਰਹਮ ਗਿਆਨ ਕਹਿੰਦੇ ਹਨ। ਭੇ ਪ੍ਰਸੀਦ ਉਪਦੇਸਿਓ ਸੋ। ਮਹਾਰਾਜ ਕਿਰਪਾ ਕਰਕੇ ਪਾਂਧੇ ਗੋਪਾਲ ਚੰਦ ਨੂੰ ਉਪਦੇਸ਼ ਦੇਣ ਲੱਗੇ, ਉਹੀ ਗੱਲ ਦਾ ਉਹੀ ਤੱਤ ਸਮਝਾਉਣ ਲੱਗੇ ਹਨ। ਨਿਹ ਮੋਹ ਜਬ ਪਾਂਧਾ ਜਾ ਰਹੋ। ਮਹਾਰਾਜ ਕਹਿੰਦੇ ਪਾਂਧਾ ਜੀ, ਜਦੋਂ ਮੋਹ ਦਾ ਤੇਲ ਸਾੜੋਗੇ, ਜਾਲ ਮੋਹ, ਜਦੋਂ ਮੋਹ ਦੇ ਤੇਲ ਨੂੰ ਸਾੜੋਗੇ, ਗਿਆਨ ਅਗਨ ਸੋ ਸਗਲ ਨਿਵਾਰ ਹੋ। ਉਹ ਸੜੇਗਾ ਗਿਆਨ ਦੀ ਅਗਨੀ ਨਾਲ ਹੀ, ਉਹ ਗੱਲਾਂ ਬਾਤਾਂ ਨਾਲ ਨਹੀਂ ਸੜੇਗਾ। ਮੋਹ ਘਟੇਗਾ ਉਦੋਂ ਹੀ ਘਟੇਗਾ ਜਦੋਂ ਆਤਮਾ ਦੇ ਦਰਸ਼ਨ ਹੋਣਗੇ। ਜਿੰਨਾ ਚਿਰ ਬਿਰਤੀ ਸਰੀਰ ਵਿੱਚ ਹੈ, ਉਹਨਾਂ ਚਿਰ ਬਿਰਤੀ ਸੰਸਾਰ ਵਿੱਚ ਹੈ। ਜਦੋਂ ਬਿਰਤੀ ਆਤਮਾ ਵਿੱਚ ਹੈ, ਉਦੋਂ ਬਿਰਤੀ ਨਿਰੰਕਾਰ ਵਿੱਚ ਹੈ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਜਦੋਂ ਸਰੀਰ ਵਿੱਚ ਹੈ, ਬਿਰਤੀ ਸੰਸਾਰ ਵਿੱਚ ਹੈ। ਜਦੋਂ ਬਿਰਤੀ ਆਤਮਾ ਵਿੱਚ ਹੈ, ਉਦੋਂ ਬਿਰਤੀ ਨਿਰੰਕਾਰ ਵਿੱਚ ਹੈ। ਪਾਸਾ ਹੀ ਪਲਟ ਜਾਂਦਾ, ਗੱਲ ਹੀ ਬਦਲ ਜਾਂਦੀ ਹੈ। ਕਹਿੰਦੇ ਪਾਂਧਾ ਜੀ, ਜਦੋਂ ਮੋਹ ਨੂੰ ਸਾੜੋਗੇ, ਸ਼ਰਧਾ ਧਰ ਕਾ ਜਰ ਬਰ ਭਾਵ ਹੈ, ਤੇ ਫਿਰ ਉਹਦਾ ਕਜਲਾ ਤਿਆਰ ਹੋਵੇਗਾ। ਉਹ ਜਿਹੜਾ ਬਾਟੀ ਦੇ ਨਾਲ ਕਾਲਖ ਲੱਗਦੀ ਹੈ ਨਾ, ਮੁੱਦਾ ਮਾਰ ਕੇ ਥੱਲਿਓਂ ਦੀਵਾ ਬਾਲ ਕੇ ਉਹਦੀ ਕਾਲਖ ਇਕੱਠੀ ਕਰਦੇ ਆ, ਕਹਿੰਦੇ ਉਹ ਫਿਰ ਤਿਆਰ ਹੋਵੇਗਾ। ਪਰ ਕਿਵੇਂ? ਕਹਿੰਦੇ ਸ਼ਰਧਾ ਹੋਵੇਗੀ ਤਾਂ। ਆਖੋ ਸ੍ਰੀ ਵਾਹਿਗੁਰੂ। ਜਿੰਨਾ ਚਿਰ ਸ਼ਰਧਾ ਨਹੀਂ, ਜਿੱਡੇ ਮਰਜ਼ੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਹੋਣ, ਜਿੱਡੇ ਮਰਜ਼ੀ ਧਰਮ ਗ੍ਰੰਥ ਹੋਣ, ਜਿੱਡੇ ਮਰਜ਼ੀ ਮਹਾਂਪੁਰਸ਼ ਬੈਠੇ ਹੋਣ, ਸ਼ਰਧਾ ਨਾ ਹੋਵੇ। ਜਿਹਦੀ ਸ਼ਰਧਾ ਉਹਦੇ ਲਈ ਗੁਰੂ ਗ੍ਰੰਥ ਸਾਹਿਬ ਪਰਮੇਸ਼ਰ ਰੂਪ ਹੈ, ਬਾਣੀ ਗੁਰੂ, ਗੁਰੂ ਹੈ ਬਾਣੀ। ਜਿਹਦੀ ਸ਼ਰਧਾ ਨਹੀਂ, ਉਹ ਕਹਿੰਦੇ ਬੁੱਕ ਹੈ, ਉਹ ਕਹਿੰਦੇ ਕਿਤਾਬ ਹੈ। ਉਹਨਾਂ ਨੂੰ ਕੁਛ ਨਜ਼ਰ ਹੀ ਨਹੀਂ ਆਉਂਦੀ ਉਹ ਗੱਲ। ਉਹ ਉਸੇ ਦੁਨਿਆਵੀ ਦ੍ਰਿਸ਼ਟੀ ਨਾਲ ਦੇਖ ਰਹੇ। ਸ਼ਰਧਾਵਾਨਮ ਲੱਭਤੇ ਗਿਆਨਮ, ਸ਼ਰਧਾਵਾਨ ਨੂੰ ਹੀ ਗਿਆਨ ਹੁੰਦਾ। ਇਹ ਗੱਲ ਪੱਕੀ ਹੈ। ਬਿਨਾਂ ਸ਼ਰਧਾ ਦੇ ਬ੍ਰਹਮ ਗਿਆਨ ਨਹੀਂ ਹੁੰਦਾ, ਬਿਨਾਂ ਸ਼ਰਧਾ ਦੇ ਤੇ ਦੁਨਿਆਵੀ ਗਿਆਨ ਵੀ ਨਹੀਂ ਹੁੰਦਾ। ਟੀਚਰ ਪੜ੍ਹਾ ਰਿਹਾ ਸਕੂਲ ਵਿੱਚ, ਮੈਥ ਪੜ੍ਹਾ ਰਿਹਾ, ਉਹ ਕਹਿੰਦਾ ਸਪੋਜ਼ ਕਰੋ, ਮੰਨ ਲਓ ਇੰਨੀ ਕੀਮਤ ਹੈ, ਇੰਨਾ ਪੈਸਾ ਹੈ, ਇੰਨੇ ਬੰਦਿਆਂ 'ਚ ਵੰਡਣਾ। ਮੇਰੇ ਵਰਗਾ ਉੱਠ ਕੇ ਕਹਿੰਦਾ ਇੰਨੀ ਕੀਮਤ ਹੈ ਹੀ ਨਹੀਂ ਮਾਸਟਰ ਜੀ। ਕੀ ਕਰੇਗਾ ਉੱਥੇ ਮਾਸਟਰ? ਇੰਨਾ ਪੈਸਾ ਹੈ ਹੀ ਨਹੀਂ ਜੀ। ਉਹ ਕਹਿੰਦਾ ਸਪੋਜ਼ ਕਰ, ਮੰਨ ਲੈ। ਕਹਿੰਦਾ ਨਾ, ਮੈਂ ਮੰਨਦਾ ਹੀ ਨਹੀਂ ਜੀ। ਉਹ ਕਹਿੰਦਾ ਪੁੱਤਰ ਕਹਿ ਊਠ, ਊੜਾ ਊਂਠ। ਕਹਿੰਦਾ ਨਹੀਂ ਜੀ, ਬੋਤਾ ਜੀ। ਉਹਦਾ ਤੁਸੀਂ ਕੋਈ ਹੱਲ ਨਹੀਂ ਕਰ ਸਕਦੇ। ਦੁਨਿਆਵੀ ਗਿਆਨ ਵੀ ਮਾਸਟਰ ਦੀ ਗੱਲ ਮੰਨਣ ਨਾਲ ਹੀ ਹੈ, ਤੇ ਅਨੁਭਵੀ ਗਿਆਨ ਗੁਰੂ ਦੀ ਗੱਲ ਮੰਨਣ ਨਾਲ। ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਾਉ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਜਦੋਂ ਸ਼ਰਧਾ ਰੱਖੋਗੇ ਤੇ ਉਹ ਕਜਲਾ ਤੁਹਾਨੂੰ ਜਿਹੜਾ ਨਾ ਉਹ ਪ੍ਰਾਪਤ ਹੋਵੇਗਾ। ਉਹ ਜਿਹੜਾ ਕਾਲਖ ਜਿਹੜੀ ਉਹਦੇ ਨਾਲ ਸੜ ਕੇ ਪ੍ਰਾਪਤ ਹੋਵੇਗੀ। ਅਹੰਗ ਤਨ ਤਜਨਾ ਘਸਨ ਸਵਾਰ ਹੋ। ਫਿਰ ਉਹ ਜਿਹੜੀ ਕੱਜਲ ਹੈ ਨਾ, ਉਹ ਇਦਾਂ ਹੀ ਨਹੀਂ ਸ਼ਾਹੀ ਬਣ ਜਾਂਦੀ, ਉਹਨੂੰ ਘਸਣਾ ਪੈਂਦਾ, ਰਗੜਨਾ ਪੈਂਦਾ। ਜਾਲ ਮੋਹ ਘਸਣਾ ਪੈਂਦਾ। ਘਸਣਾ ਕਿਵੇਂ ਹੈ? ਆਪਣੇ ਆਪ ਨੂੰ ਸਰੀਰ ਨਹੀਂ ਸਮਝਣਾ। ਮੈਂ ਸਰੀਰ ਨਹੀਂ ਹਾਂ, ਸਰੀਰ ਮੇਰਾ ਕਿਰਾਏ ਦਾ ਮਕਾਨ ਹੈ। ਮੈਂ ਇਹਦੇ ਵਿੱਚ ਆਇਆ ਹੋਇਆ
ਗੈਸਟ ਹਾਂ, ਮਹਿਮਾਨ ਹਾਂ, ਰਾਤ 2 ਰਾਤ ਰਹਿ ਕੇ ਮੈਂ ਇਹ ਸਰਾਂ ਛੱਡ ਜਾਣੀ ਹੈ। ਐਸੇ ਘਰ ਹਮ ਬਹੁਤ ਬਸਾਏ। ਇੱਦਾਂ ਦੇ ਸਰੀਰ ਮੈਨੂੰ ਕਈ ਵਾਰੀ ਮਿਲੇ ਹਨ। ਕਈ ਵਾਰੀ ਮੈਂ ਇਹਨਾਂ ਸਰੀਰਾਂ 'ਚ ਆਇਆ, ਜਬ ਹਮ ਰਾਮ ਗਰਭ ਹੋਏ ਆਏ। ਸਰੀਰ ਮੈਂ ਨਹੀਂ, ਸਰੀਰ ਮੇਰਾ ਨਹੀਂ। ਆਖੋ ਸਤਿਨਾਮ। ਮੈਂ ਸਰੀਰ ਨਹੀਂ ਹਾਂ ਔਰ ਸਰੀਰ ਮੇਰਾ ਨਹੀਂ ਹੈ। ਮੈਂ ਇਸ ਸਰੀਰ 'ਚ ਰਹਿਣ ਵਾਲਾ ਆਤਮਾ ਇਸ ਤੋਂ ਵੱਖਰਾ ਹਾਂ। ਜਦੋਂ ਇੱਦਾਂ ਆਪਣੇ ਆਪ ਨੂੰ ਸਰੀਰ ਤੋਂ ਰਹਿਤ ਸਮਝੇਗਾ, ਸਰੀਰ ਦੀ ਹੰਗਤਾ ਤਿਆਗੇਗਾ, ਤੇ ਸਮਝੋ ਸਿਆਹੀ ਘਸਣੀ ਸ਼ੁਰੂ ਹੋਵੇਗੀ। ਲੇਖਾ ਲਿਖਣਾ, ਬਾਬਾ ਇਹੋ ਲੇਖਾ ਲਿਖ ਜਾਣ। ਕਿੱਦਾਂ ਲੇਖਾ ਲਿਖਣਾ? ਸੱਚੇ ਪਾਤਸ਼ਾਹ ਉਹ ਦੱਸ ਰਹੇ ਨੇ। ਸਮਤ ਸਾਰ ਕੋ ਕਾਗਦ ਕਰੀਏ। ਫਿਰ ਕਾਗਜ਼ ਵੀ ਚਾਹੀਦਾ। ਲੇਖਾ ਸਿਆਹੀ ਤਾਂ ਬਣ ਗਈ, ਲੇਖਾ ਲਿਖਣ ਲਈ ਕਾਗਜ਼ ਕਿਹੜਾ? ਕਹਿੰਦੇ ਸ੍ਰੇਸ਼ਟ ਮਤ ਗੁਰੂ ਦੀ ਮਤ, ਗੁਰ ਕੀ ਮਤ ਤੂੰ ਲੈ ਆਨੇ, ਭਗਤ ਬਿਨਾ ਬਹੁ ਡੂਬੇ ਸਿਆਣੇ। ਗੁਰੂ ਦੀ ਮਤ ਲੈਣੀ, ਆਪਣੀ ਬੁੱਧੀ ਛੱਡ ਕੇ, ਕਹਿ ਲਓ ਵੀ ਪਦਾਰਥ ਵਿਸ਼ੈਣੀ ਬੁੱਧੀ ਛੱਡ ਕੇ ਆਤਮ ਵਿਸ਼ੈਣੀ ਬੁੱਧੀ ਧਾਰਨ ਕਰੀਏ। ਉਹਦੇ ਉੱਤੇ ਫਿਰ ਇਹ ਲੇਖਾ ਲਿਖਿਆ। ਕਾਗਜ਼ ਤਾਂ ਉਹੀ ਬਣੇਗਾ, ਯਾਨੀ ਆਪਣੀ ਮਤ ਨੂੰ, ਸ੍ਰੇਸ਼ਟ ਮਤ ਨੂੰ ਕਾਗਜ਼ ਬਣਾਉਣਾ ਪਵੇਗਾ। ਭਾਉ ਕਲਮ ਕਰ ਮਨ ਕਰ ਧਰੀਏ। ਤੇ ਪ੍ਰੇਮ ਦੀ ਕਲਮ ਚਾਹੀਦੀ। ਕਲਮ ਤੋਂ ਬਿਨਾਂ ਵੀ ਨਹੀਂ ਲਿਖਿਆ ਜਾਂਦਾ। ਸਾਚ ਕਹੋ ਸੁਨ ਲਿਓ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਕਹਿੰਦੇ ਪ੍ਰੇਮ ਦੀ ਕਲਮ ਹੋਵੇ ਤੇ ਮਨ ਦੇ ਹੱਥਾਂ ਵਿੱਚ ਫੜੀ ਹੋਵੇ। ਕਲਮ ਵੀ ਹੋਵੇ, ਹੱਥ ਨਾ ਹੋਣ ਤਾਂ ਵੀ ਨਹੀਂ ਲਿਖਿਆ ਜਾਂਦਾ। ਆਖੋ ਸ੍ਰੀ ਵਾਹਿਗੁਰੂ। ਕਲਮ ਹੋਵੇ, ਪ੍ਰੇਮ ਹੋਵੇ, ਮਨ ਨਾ ਹੋਵੇ, ਮਨ ਕਰ ਧਰੀ, ਮਨ ਦੇ ਹੱਥਾਂ ਵਿੱਚ ਫੜੀ ਹੋਵੇ। ਲੇਖਕ ਚਿੱਤ ਬੁਝ, ਲੇਖਕ ਚਿੱਤ ਬੂਝ ਗੁਰਦੁਆਰਾ। ਤੇ ਫਿਰ ਲਿਖਾਰੀ ਵੀ ਚਾਹੀਦਾ। ਲਿਖਾਰੀ ਕਿਹੜਾ? ਆ ਜਿਹੜਾ ਚਿੱਤ ਹੈ। 4 ਚੀਜ਼ਾਂ ਨੇ ਸਾਡੇ ਅੰਤःਕਰਨ 'ਚ, ਮਨ, ਬੁੱਧੀ, ਚੇਤਾ ਤੇ ਅਹੰਕਾਰ। ਇਹ 4 ਚੀਜ਼ਾਂ ਨਾਲ ਅੰਤਸ਼ਕਰਨ ਬਣਦਾ। ਤਿੱਥੈ ਘੜੀਐ ਸੁਰਤ ਮਤ ਮਨ ਬੁੱਧ। ਇਹ ਅੰਤਸ਼ਕਰਨ ਦੀ ਬਿਰਤੀਆਂ ਬਾਰੇ ਦੱਸਿਆ। ਕਹਿੰਦੇ ਚਿੱਤ ਨੂੰ ਲਿਖਾਰੀ ਬਣਾ ਤੇ ਬੂਝ ਗੁਰਦੁਆਰਾ। ਆਪਣੇ ਆਪ ਨਾਲ ਲਿਖਣ ਲੱਗ ਜਾਈ। ਗੁਰੂ ਨੂੰ ਪੁੱਛ ਕੇ ਲਿਖੀ। ਗੁਰ ਪੁੱਛ ਲਿਖ ਵਿਚਾਰ। ਗੁਰੂ ਨੂੰ ਪੁੱਛ ਕੇ ਵਿਚਾਰ ਲਿਖਣੀ ਆਤਮ ਗਿਆਨ ਦੀ। ਲਿਖੀਏ ਸਤ ਅਸਤ ਵਿਚਾਰਾ। ਤੇ ਲਿਖਣਾ ਕੀ ਹੈ? ਕਾਲੇ ਲਿਖਣਾ ਲੇਖ। ਕਿਸੇ ਦੀ ਨਿੰਦਾ ਚੁਗਲੀ ਨਹੀਂ ਲਿਖਣੀ। ਦੁਨਿਆਵੀ ਗੱਲਾਂ ਬੜੀਆਂ ਲਿਖਣ ਵਾਲੇ ਲਿਖੀ ਜਾਂਦੇ ਆ। ਕਹਿੰਦੇ ਲਿਖਣਾ ਇਹ ਹੈ ਸੱਤ ਤੇ ਅਸਤ ਕੀ ਹੈ। ਆਤਮਾ ਸੱਤ ਹੈ, ਬਾਕੀ ਸਾਰਾ ਸੰਸਾਰ ਅਸਤ ਹੈ। ਸੱਤ ਉਹਨੂੰ ਕਹਿੰਦੇ ਨੇ ਜਿਹੜਾ ਪਹਿਲੇ ਵੀ ਹੋਵੇ, ਹੁਣ ਵੀ ਹੋਵੇ, ਅੱਗੇ ਵੀ ਹੋਵੇ। ਜਿਹੜਾ ਪਹਿਲੇ ਵੀ ਹੋਵੇ, ਹੁਣ ਵੀ ਹੈ ਤੇ ਅੱਗੇ ਵੀ ਰਹੇਗਾ, ਉਹ ਹੈ ਸੱਤ। ਉਹ ਪਰਮੇਸ਼ਰ ਅਕਾਲ ਪੁਰਖ ਨਿਰੰਕਾਰ ਜੋਤੀ ਸਰੂਪ ਹੀ ਹੈ। ਆਦ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਤੇ ਉਸ ਨੂੰ ਛੱਡ ਕੇ ਬਾਕੀ ਕੀ ਹੈ? ਬਾਕੀ ਸਾਰਾ ਅਸਤ। ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ, ਕੂੜ ਮੰਡਪ, ਕੂੜ ਮਾੜੀ, ਕੂੜ ਬੈਸਣਹਾਰ। ਇਹ ਵਿਚਾਰ ਲਿਖਣੀ ਹੈ। ਗੁਰਬਾਣੀ 'ਚ ਇਹੀ ਵਿਚਾਰ ਹੈ। ਅੱਜ ਜਿਹੜੇ ਲੋਕਾਂ ਨੂੰ, ਬੜੇ ਪੜ੍ਹੇ ਲਿਖੇ ਬੁੱਧੀਜੀਵੀਆਂ ਨੂੰ, ਪ੍ਰੋਫੈਸਰਾਂ ਨੂੰ ਗੁਰਬਾਣੀ ਦੀ ਨਹੀਂ ਸਮਝ ਆ ਰਹੀ, ਅਸਲ 'ਚ ਉਹ ਸੱਤ ਅਸੱਤ ਦਾ ਨਿਰਣਾ ਕਰਨਾ ਹੀ ਨਹੀਂ ਚਾਹੁੰਦੇ। ਉਹ ਅਸੱਤ ਨੂੰ ਹੀ ਪਕੜ ਕੇ ਬੈਠੇ ਨੇ, ਸੱਤ ਵੱਲ ਜਾਂਦੇ ਹੀ ਨਹੀਂ। ਝੂਠ ਨੂੰ ਹੀ ਸੱਚ ਮੰਨੀ ਬੈਠੇ ਹਨ। ਉਹਨਾਂ ਨੂੰ ਗੁਰਬਾਣੀ ਦੀ ਕਿਵੇਂ ਸਮਝ ਆਵੇ? ਇਹ ਤਾਂ ਬਿਨ ਬੈਰਾਗ ਨਾ ਛੂਟ ਸਮਾਇਆ। ਬੈਰਾਗ ਤੋਂ ਬਿਨਾਂ ਮਾਇਆ ਨਹੀਂ ਛੁੱਟਦੀ। ਹਾਂਜੀ। ਦੋਹਰਾ ਅਸ ਲੇਖਾ ਲਿਖ ਜਾਣ ਤੂੰ। ਮਹਾਰਾਜ ਕਹਿੰਦੇ ਪਾਂਦਾ ਜੀ ਇਹੋ ਜਿਹਾ ਲੇਖਾ ਲਿਖਣਾ ਬਾਬਾ, ਐਸਾ ਇਹੋ ਲੇਖਾ ਲਿਖ ਜਾਣ। ਐਸਾ ਲੇਖਾ ਲਿਖਣਾ ਕਰ ਜਿਸ ਤੇ ਊਨ ਨਾ ਹੋਏ। ਜਿਹਦੇ ਨਾਲ ਘਾਟਾ ਨਹੀਂ ਪਏਗਾ। ਕਿਉਂਕਿ ਲੇਖਾ ਹਿਸਾਬ ਕਿਤਾਬ, ਵਹੀ ਖਾਤੇ ਆਪਣੇ ਦੁਕਾਨਾਂ 'ਤੇ ਬਿਜ਼ਨਸਮੈਨਾਂ ਨੇ ਰੱਖੇ। ਉਹ ਕਹਿੰਦੇ ਵੀ ਉਹਨੂੰ ਧੂਪ ਬੱਤੀ ਵੀ ਦਿੰਦੇ ਆ। ਉਹ ਕਹਿੰਦੇ ਵੀ ਇਹੋ ਜਿਹਾ ਪ੍ਰਮਾਤਮਾ ਕਿਰਪਾ ਕਰੇ ਵੀ ਵਹੀ ਖਾਤੇ 'ਚ ਵਾਧਾ ਹੀ ਆਵੇ, ਘਾਟਾ ਨਾ ਆਵੇ। ਕਹਿੰਦੇ ਜੇ ਅਸਲੀ ਵਾਧੇ ਵਾਲਾ ਲੇਖਾ ਲਿਖਣਾ ਤਾਂ ਫਿਰ ਐਸਾ ਲਿਖ, ਤੈਨੂੰ ਘਾਟਾ ਨਹੀਂ ਪਏਗਾ। ਲਿਖੋ ਨਾਮ ਤੇ ਸਿਫਤ ਲਿਖ। ਉਸ ਵਾਹਿਗੁਰੂ ਦਾ ਨਾਮ ਲਿਖੋ। ਲਿਖ ਨਾਮ ਸਾਲਾ ਲਿਖ। ਉਸ ਵਾਹਿਗੁਰੂ ਦੀ ਸਿਫਤ ਲਿਖ।
ਅੰਤ ਨ ਪਰ ਉਰ ਕੋਈ। ਉਸ ਪਰਮਾਤਮਾ ਦੀ ਸਿਫਤ ਲਿਖ ਜਿਹਦਾ ਅੰਤ ਹੀ ਨਹੀਂ ਹੈ, ਜੋ ਬੇਅੰਤ ਹੈ, ਜਿਹਦਾ ਅੰਤ ਪੈਂਦਾ ਹੀ ਨਹੀਂ। ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਕਰਨਾ ਦੇਣ ਨਾ ਅੰਤ। ਉਸ ਬੇਅੰਤ ਪ੍ਰਭੂ ਦੀ ਮਹਿਮਾ ਲਿਖਣਾ ਕਰ। ਚਉਪਈ ਜਿਹੇ ਸਥਾਨ ਲੇਖਾ ਜਮ ਲਈ। ਮਹਾਰਾਜ ਕਹਿੰਦੇ ਜਿੱਥੇ ਜਮਰਾਜ ਲੇਖਾ ਪੁੱਛਦਾ, ਕਿਆ ਤੈਂ ਖੱਟਿਆ ਕਹਾਂ ਗਵਾਇਆ, ਚਲੋ ਸਿਤਾਬ ਦੀਵਾਨ ਬੁਲਾਇਆ, ਹਰ ਫੁਰਮਾਨ ਦਰਗਹ ਕਾ ਆਇਆ। ਜਿੱਥੇ ਧਰਮਰਾਜ ਹਿਸਾਬ ਕਿਤਾਬ ਪੁੱਛਦਾ ਹੈ, ਸੱਚ ਨਿਸ਼ਾਨੀ ਹੇਰ ਮੁਚੇਈ। ਉਥੇ ਇਹ ਲੇਖਾ ਘੋਲ ਹੋਵੇਗਾ, ਸੱਚ ਦੀ ਨਿਸ਼ਾਨੀ ਹੋਵੇਗੀ। ਉਹ ਕਹੇਗਾ ਜਾਓ ਜੀ ਤੁਹਾਡਾ ਲੇਖਾ ਕਲੀਅਰ ਹੈ, ਤੁਹਾਨੂੰ ਕੀ ਪੁੱਛਣਾ, ਤੁਹਾਡਾ ਤਾਂ ਲੇਖਾ ਨਿਬੜਿਆ ਹੋਇਆ। ਧਰਮ ਰਾਏ ਦਰ ਕਾਗਦ ਫਾਰੇ, ਜਨ ਨਾਨਕ ਲੇਖਾ ਸਮਝਾ। ਉਹਨਾਂ ਦਾ ਤਾਂ ਲੇਖਾ ਸਾਫ਼ ਹੈ, ਕਲੀਅਰ ਹੈ। ਹਾਂਜੀ, ਕੋਸ਼ਪ ਹੋਏ ਸ਼ਾਹ ਕੋ ਜੈਸੇ। ਜਿਵੇਂ ਕੋਈ ਕਿਸੇ ਬਾਦਸ਼ਾਹ ਦਾ ਵੱਡਾ ਮੰਤਰੀ ਹੋਵੇ, ਕੋਈ ਖਜ਼ਾਨਚੀ ਹੋਵੇ, ਖਜ਼ਾਨਾ ਮੰਤਰੀ ਹੋਵੇ, ਵਿੱਤ ਮੰਤਰੀ ਹੋਵੇ। ਹਾਂਜੀ, ਤਿਹ ਤੇ ਸੁਲਕ ਭ੍ਰਿਤ ਲੈ ਕੈਸੇ। ਉਹ ਵੱਡੇ ਅਫਸਰ ਕੋਲੋਂ, ਬਾਦਸ਼ਾਹ ਦੇ ਖਜ਼ਾਨਚੀ ਕੋਲੋਂ ਛੋਟਾ ਨੌਕਰ ਨਹੀਂ ਪੁੱਛ ਸਕਦਾ। ਛੋਟਾ ਨੌਕਰ ਉਹਨੂੰ ਨਹੀਂ ਕਹਿ ਸਕਦਾ ਵੀ ਖਜ਼ਾਨਚੀ ਸਾਹਿਬ ਹਿਸਾਬ ਦਿਓ, ਕਿਉਂਕਿ ਖਜ਼ਾਨਚੀ ਤੇ ਆਪ ਬਾਦਸ਼ਾਹ ਨਾਲ ਗੱਲ ਸਿੱਧੀ ਕਰਨ ਵਾਲਾ। ਉਹ ਨਿੱਕੇ ਦੀ ਕੀ ਮਜਾਲ ਹੈ, ਉਹਨੂੰ ਪੁੱਛ ਲਵੇ। ਹਾਂਜੀ, ਆਪ ਉਪਾਇਨ ਦੇ ਮਿਲੈ ਹੈ। ਬਲਕਿ ਨੌਕਰ ਤਾਂ ਉਹਨੂੰ ਆਪ ਫੁੱਲਾਂ ਦੇ ਗੁਲਦਸਤੇ ਲੈ ਕੇ ਭੇਟਾ ਕਰਦੇ, ਆਓ ਜੀ ਜੀ ਆਇਆਂ ਨੂੰ, ਵੀ ਸਾਡਾ ਖਿਆਲ ਰੱਖਿਆ ਜੇ, ਕਿਤੇ ਸਾਡੀ ਸ਼ਿਕਾਇਤ ਨਾ ਕਰ ਦਿਆ ਜੇ। ਧਰਮਰਾਜ ਨੇ ਮੀਟਿੰਗ ਸੱਦੀ ਜਮਦੂਤਾਂ ਦੀ, ਕਹਿਣ ਲੱਗਾ ਸੁਣ ਲਓ ਸਾਰੇ, ਮੈਂ ਤੁਹਾਨੂੰ ਇੱਕ ਗੱਲ ਦੱਸਾਂ ਵੀ ਜਿੱਥੇ ਮਰਜ਼ੀ ਜਾਇਆ ਜੇ, ਜਿਹੜੇ ਮਰਜ਼ੀ ਬੰਦੇ ਨੂੰ ਫੜ ਕੇ ਲਿਆਇਆ ਜੇ, ਪਰ ਜਿਹੜੇ ਪਰਮੇਸ਼ਰ ਦਾ ਨਾਮ ਜਪਦੇ ਨੇ, ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਨਾ ਹੋਣ ਹੈ ਤੂੰ ਨਾ ਛੁਟੈ ਨਿਕਟ ਨਾ ਜਾਈ ਉਹ ਦੂਤ। ਉੱਥੇ ਨਾ ਮੈਂ ਜਾਵਾਂ ਨਾ ਤੁਸੀਂ ਜਾਇਆ ਜੇ। ਜੇ ਆਪਾਂ ਉਹਨਾਂ ਸੰਤਾਂ ਨੂੰ ਫੜ ਲਿਆ ਜਾ ਕੇ, ਕਿਤੇ ਉਹਨਾਂ ਨੂੰ ਕੋਈ ਛੇੜ ਦਿੱਤਾ, ਤੇ ਫਿਰ ਅਸੀਂ ਫਸ ਜਾਵਾਂਗੇ, ਫਿਰ ਅਸੀਂ ਛੁੱਟ ਨਹੀਂ ਸਕਦੇ। ਇਸ ਕਰਕੇ ਜਦੋਂ ਰਾਜਾ ਜਨਕ ਜੀ ਗਏ ਨੇ, ਧਰਮਰਾਜ ਅੱਗੋਂ ਦੀ ਲੈਣ ਆਇਆ ਹੈ। ਭਾਈ ਸਾਹਿਬ ਗੁਰਦਾਸ ਜੀ ਲਿਖਦੇ ਨੇ, ਭਗਤ ਵੱਡਾ ਰਾਜਾ ਜਨਕ ਹੈ, ਗੁਰਮੁਖ ਮਾਇਆ ਵਿੱਚ ਉਦਾਸੀ। ਤੇ ਜਦੋਂ ਦੇਵਲੋਕ ਨੂੰ ਚੱਲਿਆ, ਗਣ ਗੰਧਰਵ ਸਭਾ ਸੁਖ ਵਾਸੀ। ਆਪਣੀ ਆਯੂ ਪੂਰੀ ਕਰਕੇ ਬ੍ਰਹਮ ਗਿਆਨੀ ਜਨਕ ਜੀ ਜਾ ਰਹੇ ਨੇ, ਸਾਰੇ ਦੇਵਤੇ ਫੁੱਲਾਂ ਦੀ ਵਰਖਾ ਕਰ ਰਹੇ ਨੇ। ਧਰਮਰਾਜ ਵੀ ਅੱਗੋਂ ਦੀ ਲੈਣ ਆਇਆ, ਮਹਾਰਾਜ ਜੀ ਆਇਆਂ ਨੂੰ, ਮਹਾਰਾਜ ਕੋਈ ਸੇਵਾ ਦੱਸੋ। ਉਧਰ ਨਰਕਾਂ 'ਚ ਜੀ ਤੜਫਦੇ ਵੇਖੇ, ਕਹਿਣ ਲੱਗੇ ਇਹਨਾਂ ਨੂੰ ਛੱਡ ਦੇ। ਲੰਮੀ ਕਥਾ ਮੈਂ ਵਿਸਤਾਰ ਨਾ ਕਰਾਂ, ਸਾਰੇ ਛਡਾ ਦਿੱਤੇ ਸੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸੋ ਉਹਨਾਂ ਦੀ ਤਾਂ ਇਹ ਕਮਾਈ ਹੁੰਦੀ ਹੈ। ਆਪ ਉਪਾਇਨ ਦੇ ਮਿਲੈ ਹੈ, ਡਰ ਉਰ ਕਰ ਪੁਨ ਸਕੁਚ ਚਲੈ ਹੈ। ਤੇ ਇਦਾਂ ਡਰ ਕੇ ਨਾਲ ਨਾਲ ਚੱਲਦਾ। ਧਰਮਰਾਜ ਜਨਕ ਜੀ ਦੇ ਨਾਲ ਤੁਰਦਾ ਨਾ, ਇਦਾਂ ਹੱਥ ਜੋੜ ਕੇ ਡਰ ਕੇ, ਵੀ ਕਿਤੇ ਕੋਈ ਗੁਸਤਾਖੀ ਨਾ ਹੋ ਜੇ, ਸਾਡੇ ਕੋਲ ਕੋਈ ਗਲਤੀ ਨਾ ਹੋ ਜੇ, ਸਾਡਾ ਕੋਈ ਕਸੂਰ ਨਾ ਨਿਕਲ ਆਵੇ। ਅਸ ਲੇਖਾ ਜੇ ਤੁਬ ਉਰ ਪਾਂਧਾ। ਕਹਿਣ ਲੱਗੇ ਪਾਂਧਾ ਜੀ, ਜੇ ਇਹੋ ਜਿਹਾ ਲੇਖਾ ਸਿਖਾ ਸਕਦੇ ਹੋ ਤੇ ਮੈਨੂੰ ਸਿਖਾ ਦਿਓ, ਮੈਂ ਇਹੋ ਜਿਹਾ ਲੇਖਾ ਸਿੱਖਣਾ ਚਾਹੁੰਦਾ। ਹਾਂਜੀ, ਉਦਰ ਹੈ ਗੋ ਭਵ ਸਿੰਧ ਅਗਾਧਾ। ਇਹ ਲੇਖੇ ਨਾਲ ਸਾਰੇ ਲੇਖੇ ਨਿਬੜ ਜਾਂਦੇ ਆ, ਭਵ ਸਾਗਰ ਤੋਂ ਜੀਵ ਪਾਰ ਲੰਘ ਜਾਂਦਾ ਹੈ। ਜੀਵ ਅਨੋਜ ਜਾਏ ਜਿਹ ਜਾਈ। ਇਹ ਕਮਜ਼ੋਰ ਜਿਹਾ ਜੀਵ ਅਨਓਜ, ਜਿਹਦੇ 'ਚ ਬਲ ਨਹੀਂ, ਸ਼ਕਤੀ ਨਹੀਂ, ਜਿੱਥੇ ਜਾਂਦਾ ਹੈ ਪਰਮ ਮੀਤ ਜਿਉ ਤਹਾਂ ਸਹਾਈ। ਇਹ ਲੇਖਾ ਉਹਨੂੰ ਹੋਰ ਬਲ ਦੇ ਦਿੰਦਾ। ਕਮਜ਼ੋਰ ਨਿਤਾਣੇ ਨਿਮਾਣੇ ਜੀਵ ਨੂੰ ਮਾਣ ਤੇ ਤਾਣ ਦੇ ਦਿੰਦਾ ਇਹ ਲੇਖਾ। ਉਹ ਬੜੀ ਇੱਜ਼ਤ ਨਾਲ ਜਾਂਦਾ ਹੈ ਦਰਗਾਹ ਵਿੱਚ। ਸਾਰਬ ਭੂਮ ਸ਼ਰਨ ਜਿਹ ਪਰਨਾ। ਜਿਹਨੇ ਚੱਕਰਵਰਤੀ ਰਾਜੇ ਦੀ ਸ਼ਰਨ ਪੈਣਾ ਹੈ, ਤਿੰਨ ਨਰ ਉਰ ਡਰ ਕਿਉਂ ਫਿਰ ਕਰਨਾ। ਉਹਨੂੰ ਫਿਰ ਆਮ ਬੰਦੇ ਦਾ ਕੀ ਡਰ ਹੈ। ਜੇ ਸ਼ੇਰ ਦੀ ਸ਼ਰਨ ਗਿਆ, ਗਿੱਦੜ ਦਾ ਡਰ ਹੋਵੇ, ਤੇ ਫਿਰ ਸ਼ੇਰ ਦੀ ਸ਼ਰਨ ਜਾਣ ਦਾ ਕੀ ਫਾਇਦਾ। ਸਿੰਘ ਸ਼ਰਨ ਕਤ ਜਾਈਐ ਜੋ ਜੰਬੁਕ ਗ੍ਰਸ ਹੈ। ਹਾਂਜੀ, ਦੋਹਰਾ ਸੁਨ ਸਰੋਨਨ ਮਨ ਗੁਣ ਹੈ ਪੁਨ, ਪਾਂਦੇ ਅਚਰਜ ਚੀਨ। ਪਾਂਦਾ ਹੱਕਾ ਬੱਕਾ ਰਹਿ ਗਿਆ, ਹੈਰਾਨ ਹੋ ਗਿਆ। ਇਹ ਬੱਚਾ ਕਿਹੋ ਜਿਹੀਆਂ ਗੱਲਾਂ ਕਰਦਾ, ਇਹਦੇ ਬਚਨ ਕਿਹੋ ਜਿਹੇ ਹਨ। ਦੁਤੀ ਇੰਦਰਾ ਕਿੰਦ ਜਿਉ ਜੋਨ ਬੈਨ ਇਨ ਕੀਨ। ਇਹਨੇ ਤਾਂ ਇਉਂ ਕੀਤਾ ਜਿਵੇਂ ਦੂਜ ਦਾ ਚੰਦਰਮਾ ਚੜ੍ਹਦਾ ਤੇ ਆਪਣੀ ਚਾਨਣੀ ਫੈਲਾ ਦਿੰਦਾ।
ਇਹ ਜੇ ਦੂਜ ਦਾ ਚੰਦਰਮਾ ਜਦੋਂ ਪੂਰਨਮਾਸ਼ੀ ਦਾ ਹੋਵੇਗਾ ਉਦੋਂ ਕੀ ਕਰੇਗਾ? ਆਖੋ ਸਤਨਾਮ ਸ੍ਰੀ ਸ੍ਰੀ ਵਾਹਿਗੁਰੂ। ਅਜੇ 7 ਸਾਲਾਂ ਦਾ ਇੰਨਾ ਇਹ ਗਿਆਨ ਵੰਡ ਰਿਹਾ ਹੈ। ਜਦੋਂ ਇਹ ਜਵਾਨ ਹੋਏਗਾ, ਵੱਡਾ ਹੋਏਗਾ, ਇਹਦਾ ਕਿੰਨਾ ਕੁ ਨੂਰ ਫੈਲੇਗਾ। ਇਹਦੇ ਬਚਨ ਬੜੇ ਕਮਾਲ ਦੇ ਨੇ। ਇਸ ਤਰ੍ਹਾਂ ਸੁਣ ਕੇ ਪਾਂਧੇ ਨੇ ਇੱਕ ਸ਼ੰਕਾ ਕੀਤਾ ਤੇ ਉਹ ਸ਼ੰਕੇ ਦਾ ਜਵਾਬ ਗੁਰੂ ਨਾਨਕ ਸਾਹਿਬ ਨੇ ਅਗਲੇ ਪਦ ਵਿੱਚ ਦਿੱਤਾ। ਸੋ ਸਮਾਂ ਇਜਾਜ਼ਤ ਨਹੀਂ ਦਿੰਦਾ ਅੱਗੇ ਜਾਣ ਦੀ। ਇੱਥੇ ਹੀ ਸਮਾਪਤੀ ਹੈ। ਸਮੂਹ ਸੰਗਤਾਂ ਦਾ ਧੰਨਵਾਦ। ਕੱਲ੍ਹ ਦੇ ਦੀਵਾਨ ਸੰਗਤਾਂ ਦੇ ਦਰਸ਼ਨ ਕਰਾਂਗੇ ਜਿਵੇਂ ਪ੍ਰਬੰਧਕ ਸਾਹਿਬਾਨ ਹੁਕਮ ਲਾਣਗੇ। ਸੋ ਗੁਰੂ ਕੀ ਸੰਗਤ ਦੇ ਹਾਜ਼ਰੀ ਭਰਦਿਆਂ ਹੋਇਆਂ ਕੋਈ ਸਮਾਂ ਵੀ 2-4 ਮਿੰਟ ਭਾਈ ਜੁਝਾਰ ਸਿੰਘ ਜੀ ਦਾ ਮੈਂ ਦਾਸ ਜ਼ਿਆਦਾ ਲੈ ਗਿਆ ਤਾਂ ਮੈਂ ਖਿਮਾ ਚਾਹੁੰਦਾ, ਮਾਫੀ ਚਾਹੁੰਦਾ। ਸੋ ਮੈਨੂੰ ਸਮਾਂ ਦੱਸਿਆ ਵੀ ਨਹੀਂ ਸੀ, ਪਰ ਇੱਦਾਂ ਹੀ 5-4 ਮਿੰਟ ਅੱਗੇ ਪਿੱਛੇ ਹੋ ਜਾਂਦੇ ਆ ਤੇ ਉਹਦੀ ਮੈਂ ਮਾਫੀ ਚਾਹੁੰਦਾ। ਹੇ ਗੋਬਿੰਦ, ਹੇ ਗੋਪਾਲ, ਹੇ ਦਿਆਲ, ਪੁਰਾਣ ਨਾਥ ਅਨਾਥ ਸਖੇ ਦੀਨ ਦਰਦ ਨਿਵਾਰ। ਏ ਸਮਰੱਥ ਅਗੰਮ ਪੂਰਨ ਮੋਹਿ ਮਇਆ ਆਨੰਦ ਕੂਪ ਮਹਾ ਭਿਆਨ ਨਾਨਕ ਪਾਰ ਆਏ ਪ੍ਰਭ ਸਰਨਾਗਤੀ ਕਿਰਪਾ ਨਿਧ ਏਕ ਅੱਖਰ ਹਰ ਮਨ ਬਸਤ ਨਾਨਕ ਵਾਹਿਗੁਰੂ ਨਾਮ ਜਹਾਜ ਹੈ ਜੜੇ ਸੂਤਰੇ ਜੋ ਸ਼ਰਧਾ ਕਰ ਸੇ ਹੁੰਦੇ ਗੁਰੂ ਪਾਰ ਜੋ ਸ਼ਰਧਾ ਕਰ ਸੇ ਹੁੰਦੇ ਗੁਰੂ ਪਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।